ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਗੁਰੂ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਜੀਵਨ ਸਫਲ ਕਰ ਰਹੇ ਹੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸਲੋਕਾਂ ਵਿੱਚੋਂ ਅੱਜ ਦਾ ਵਿਚਾਰ ਅਧੀਨ ਇੱਕ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਇਸ ਸਲੋਕ ਦੇ ਅਖਰੀ ਅਰਥ ਔਰ ਵਿਸਤਾਰ ਵਿੱਚ ਅਰਥ ਜਾਣਨ ਦਾ ਯਤਨ ਕਰੀਏ। ਹਜ਼ੂਰ ਨੇ ਸਦੀਵ ਕਾਲ ਵਾਸਤੇ ਸੁਖ ਦੀ ਕੀਮੀਆਂ, ਸੁਖ ਦਾ ਤਰੀਕਾ ਦੱਸਿਆ ਹੈ ਕਿ ਜੇ ਸਦਾ ਵਾਸਤੇ ਸੁਖ ਚਾਹੀਦਾ ਹੈ ਤਾਂ ਇਹ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਪਾਓ, ਉਹਦੀ ਹਜ਼ੂਰੀ ਵਿੱਚ ਰਿਹਾ ਕਰ, ਉਹਦੀ ਸ਼ਰਨ ਵਿੱਚ ਪੈਣ ਦੀ ਜਾਚ ਸਿੱਖ, ਕਿਉਂਕਿ ਇਹ ਮਨੁੱਖਾ ਦੇਹੀ ਦਾ ਸਮਾਂ, ਮਨੁੱਖਾ ਦੇਹੀ ਦਾ ਵਕਤ ਬਹੁਤ ਹੀ ਕੀਮਤੀ ਹੈ। ਤੈਨੂੰ ਯਤਨ ਕਰਨਾ ਚਾਹੀਦਾ ਹੈ ਕਿ ਸ਼ਰਨ ਵਿੱਚ ਪੈ ਕੇ ਇਸ ਮਨੁੱਖਾ ਦੇਹ ਦੇ ਵਕਤ ਨੂੰ ਸਫਲ ਕੀਤਾ ਜਾਏ। ਆਪਾਂ ਇਹਨਾਂ 2-3 ਵਿਸ਼ਿਆਂ ਨਾਲ ਸੰਬੰਧਿਤ ਹੋ ਕੇ ਅੱਜ ਦੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਰਸਾਂਗੇ। ਸਭ ਤੋਂ ਪਹਿਲੀ ਗੱਲ, ਗੁਰਬਾਣੀ ਵਿੱਚ ਵਾਰ-ਵਾਰ ਸ਼ਰਨ ਵਿੱਚ ਪੈਣ ਦੀ ਚੱਲਦੀ ਹੈ। ਕਈ ਪ੍ਰਕਾਰ ਦੀਆਂ ਸਾਧਨਾਵਾਂ ਇਸ ਧਰਤੀ 'ਤੇ ਇਜਾਦ ਹੋਈਆਂ ਨੇ, ਕਿਉਂਕਿ ਧਾਰਮਿਕ ਮਨੁੱਖ ਨੂੰ ਜਿੰਨੇ ਵੀ ਇਸ ਧਰਤੀ 'ਤੇ ਅਵਤਾਰ ਆਏ ਨੇ ਜਾਂ ਜੁੜੇ ਹੋਏ ਕਹਿ ਲਈਏ ਭਗਤ ਜਨ, ਉਹਨਾਂ ਨੇ ਜਦੋਂ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ, ਅੰਦਰੋਂ ਉਹਨਾਂ ਦੇ ਪਰਮਾਤਮਾ ਦਾ ਮਿਲਾਪ ਉਹਨਾਂ ਨੂੰ ਨਸੀਬ ਹੋਇਆ ਤੇ ਉਸ ਵਕਤ ਹਰ ਇੱਕ ਸਰੀਰ ਦਾ ਤਜਰਬਾ ਆਪੋ ਆਪਣਾ ਹੁੰਦਾ ਹੈ। ਕੋਈ ਕਿਸ ਢੰਗ ਨਾਲ ਅੰਦਰੋਂ ਟਿਕਦਾ ਹੈ, ਕੋਈ ਕਿਸ ਢੰਗ ਨਾਲ ਟਿਕਦਾ ਹੈ। ਅਨੰਤ ਹੀ ਤਰੀਕੇ ਇਸ ਧਰਤੀ 'ਤੇ ਦੱਸੇ ਗਏ ਨੇ ਜਿਨ੍ਹਾਂ ਦੇ ਰਾਹੀਂ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਬਹੁਤ ਸਾਰੇ ਤਰੀਕੇ ਗੁਰਬਾਣੀ ਵਿੱਚ ਵੀ ਆਏ ਨੇ। ਕਿਤੇ ਹਜ਼ੂਰ ਕਹਿੰਦੇ ਨੇ ਉਦਮ ਕਰ, ਉਪਰਾਲਾ ਕਰ, ਕਿਤੇ ਕਹਿੰਦੇ ਨੇ ਰਸਨਾ ਨਾਲ ਜਪ, ਇਹ ਇੱਕ ਉਪਰਾਲਾ ਹੈ। ਕਿਤੇ ਕਹਿੰਦੇ ਨੇ ਰਸਨਾ ਨਾਲ ਜਪਣ ਦੀ ਬਜਾਏ ਮਨ ਨਾਲ ਜਪ। ਕਿਸੇ ਥਾਂ 'ਤੇ ਕਹਿੰਦੇ ਨੇ ਆਪਣੇ ਹੱਥਾਂ ਦੇ ਉੱਤੇ ਪਰਮਾਤਮਾ ਨੂੰ ਚੇਤ, ਆਪਣੇ ਹੱਥਾਂ ਦੀਆਂ ਉਂਗਲਾਂ 'ਤੇ ਉਹਨੂੰ ਵੇਖ। ਔਰ ਕਿਤੇ ਕਹਿੰਦੇ ਨੇ ਪੈਰਾਂ ਨਾਲ ਜਦੋਂ ਤੁਰਨਾ ਹੈ, ਇੱਕ ਇੱਕ ਕਦਮ ਨਾਲ ਉਹਦੀ ਯਾਦ ਬਣਾ। ਕਈ ਤਰੀਕੇ ਨੇ। ਚਰਨ ਚਲੋ ਮਾਰਗ ਗੋਬਿੰਦ, ਜਦੋਂ ਤੂੰ ਮਾਰਗ 'ਤੇ ਤੁਰਨਾ ਤੇ ਉਸ ਤੁਰਨ ਵਿੱਚ ਜਦੋਂ ਕਦਮ ਚੁੱਕਣਾ ਹੈ, ਕਦਮ ਦੇ ਨਾਲ ਮਿਲਾ ਕੇ ਉਹਦਾ ਨਾਮ ਉਚਾਰ, ਅੰਦਰੋਂ ਉਹਨੂੰ ਯਾਦ ਕਰ। ਇਹ ਵੀ ਇੱਕ ਸਹਿਜੇ ਸਹਿਜੇ, ਭਾਵੇਂ ਇਸ ਧਰਤੀ 'ਤੇ ਤੁਰੇਂਗਾ, ਜੇ ਇੱਕ ਇੱਕ ਕਦਮ ਨਾਲ ਪਰਮਾਤਮਾ ਦਾ ਨਾਮ ਉਚਾਰੇਂਗਾ ਤੇ ਇਹ ਪਰਮਾਤਮਾ ਦੇ ਪੰਧ ਨੂੰ ਤੇਰੇ ਕਦਮ ਤੈਅ ਕਰ ਜਾਣਗੇ। ਪੈਰਾਂ ਨਾਲ ਤੁਰ, ਚਰਨ ਚਲੋ ਮਾਰਗ ਗੋਬਿੰਦ,
ਮਿਟੈ ਪਾਪ ਜਪੀਐ ਹਰ ਬਿੰਦ। ਪਰਮਾਤਮਾ ਦੇ ਚਰਨਾਰ ਬਿੰਦਾਂ ਨੂੰ ਜਪ, ਉਹਦੇ ਨਾਮ ਨੂੰ ਜਪ, ਰਸਨਾ ਦੇ ਨਾਲ ਉਹਦਾ ਉਚਾਰਨ ਕਰ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ। ਜਦੋਂ ਕੋਈ ਵੀ ਕਰਮ ਕਰਨਾ ਹੈ, ਹੱਥਾਂ ਨਾਲ ਕੰਮ ਕਰਨਾ ਹੈ, ਤੇ ਉਹਦੇ ਵਿੱਚੋਂ ਕੋਈ ਨਾ ਕੋਈ ਆਵਾਜ਼ ਆਉਂਦੀ ਹੈ। ਉਹਦੇ ਵਿੱਚ ਜਿਹੜੀ ਆਵਾਜ਼ ਨਿਕਲਦੀ ਏ, ਉਹਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸੁਣ। ਕਰਮ ਕਰੋ ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ। ਜਿੰਨੇ ਕਰਮ ਨੇ ਉਹਨਾਂ ਨੂੰ ਯਾਦ ਵਿੱਚ ਬਦਲਿਆ ਜਾ ਸਕਦਾ ਹੈ। ਸਰਵਨ ਹਰ ਕਥਾ, ਤੇ ਇਹਨਾਂ ਕੰਨਾਂ ਨਾਲ ਉਸ ਪਰਮਾਤਮਾ ਦੀ ਕਥਾ ਸੁਣ, ਕਿਉਂਕਿ ਕਥਾ ਵਿੱਚ ਪਰਮਾਤਮਾ ਦੀ ਵਿਚਾਰ ਦੇ ਅੰਦਰ ਜੋ ਬਾਣੀ ਵਿੱਚ ਲਿਖੀ ਗਈ ਹੈ, ਪਰਮਾਤਮਾ ਦੇ ਸੁਭਾਵ, ਉਹਦੇ ਸਰੂਪ ਵਰਣਨ ਕੀਤੇ ਗਏ ਨੇ, ਉਹ ਕਿਵੇਂ ਦਾ ਹੈ, ਉਹਨੂੰ ਯਾਦ ਕਿਵੇਂ ਕੀਤਾ ਜਾਏ, ਕਿਉਂਕਿ ਉਹਦਾ ਕੋਈ ਦੇਹ ਨਹੀਂ, ਉਸ ਦੇ ਕੋਈ ਇਸ ਤਰ੍ਹਾਂ ਦੇ ਮਾਸ ਹੱਡੀਆਂ ਦੇ ਪੈਰ ਦੱਸੇ ਨਹੀਂ ਗਏ, ਤਸਵੀਰ ਅੱਜ ਤੱਕ ਉਸ ਦੀ ਕੋਈ ਬਣੀ ਨਹੀਂ, ਤੇ ਇੱਕ ਜਗਿਆਸੂ ਉਹਨੂੰ ਯਾਦ ਕਿਵੇਂ ਕਰੇ, ਉਹਦਾ ਧਿਆਨ ਕਿਵੇਂ ਕਰੇ, ਤਰੀਕਾ ਕਿਹੜਾ? ਤਾਂ ਸਤਿਗੁਰੂ ਨੇ ਕਿਹਾ ਉਹਦੇ ਗੁਣ ਜਿਹੜੇ ਨੇ, ਉਹਦੇ ਸੁਭਾਅ ਤੂੰ ਕੰਨਾਂ ਨਾਲ ਸੁਣ, ਕਿਉਂਕਿ ਉਹਦੇ ਸੁਭਾਅ ਸੁਣੇਗਾ ਤੇ ਤੇਰੇ ਅੰਦਰ ਉਹਦੇ ਗੁਣ ਸੁਣੇਗਾ, ਤੇਰੇ ਮਨ ਵਿੱਚ ਇੱਕ ਉਹਦੀ ਯਾਦ ਬਣ ਜਾਏਗੀ, ਇੱਕ ਧੁਰਾ ਬਣ ਜਾਏਗਾ। ਇਹ ਬੜੀ ਵੱਡੀ ਵਿਧੀ ਹੈ ਗੁਰਮਤਿ ਦੇ ਅੰਦਰ ਰੱਬ ਨੂੰ ਚੇਤੇ ਕਰਨ ਦੀ, ਕਿ ਉਹਦੇ ਗੁਣ ਚੇਤੇ ਕਰ, ਬਾਣੀ ਪੜ੍ਹ, ਬਾਣੀ ਨੂੰ ਵਿਚਾਰ, ਉਹਦਾ ਇੱਕ ਅਦ੍ਰਿਸ਼ਟ ਭਾਵ ਅੰਦਰ ਬਣਦਾ ਜਾਏਗਾ, ਅੰਦਰ ਇੱਕ ਆਕਾਰ ਬਣ ਜਾਏਗਾ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਤੇਰੇ ਅੰਦਰ ਸ਼ਬਦ ਦੀ ਚੋਟ ਪੈਂਦੀ ਰਹੇਗੀ, ਚੋਟ ਪੈਂਦੀ ਰਹੇਗੀ, ਤੇ ਇੱਕ ਥਾਂ ਬਣ ਜਾਏਗੀ, ਉਸ ਥਾਂ 'ਤੇ ਤੇਰਾ ਧਿਆਨ ਆਪੇ ਲੱਗਣਾ ਸ਼ੁਰੂ ਹੋ ਜਾਏਗਾ। ਬਾਣੀ ਵਿੱਚ ਹੋਰ ਥਾਵਾਂ 'ਤੇ ਵੀ ਬਚਨ ਆਏ ਨੇ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ, ਤੇਰੇ ਹੁਕਮ ਪਵੈ ਨਿਸ਼ਾਨ, ਤਉ ਕਰੂੰ ਸਾਹਿਬ ਕੀ ਸੇਵਾ। ਜਬ ਗੁਰ ਦੇਖੈ ਸ਼ੁਭ ਦ੍ਰਿਸ਼ਟ, ਨਾਮ ਕਰਤਾ ਮੁਖ ਮੇਵਾ। ਤੇਰੇ ਹੁਕਮ ਪਵੈ ਨਿਸ਼ਾਨ। ਨਿਸ਼ਾਨ ਦੇ ਕੀ ਅਰਥ ਨੇ? ਨਿਸ਼ਾਨ ਦੇ ਅਰਥ ਨੇ ਕੋਈ ਨਿਸ਼ਾਨੀ ਲੱਗ ਜਾਣੀ, ਜਿਵੇਂ ਪੱਥਰ ਦੇ ਉੱਤੇ ਰੱਸੀ ਨੂੰ ਘਸਾਉਂਦੇ ਰਹੋ, ਰੱਸੀ ਬੜੀ ਨਰਮ ਹੈ, ਪੱਥਰ ਬੜਾ ਸਖਤ ਹੈ, ਤੇ ਉੱਥੇ ਘਸਦੀ ਹੋਈ ਹੱਥ ਜਿਹੜਾ ਰੱਸੀ ਹੈ, ਉਹਦੇ ਉੱਤੇ ਸਹਿਜੇ ਸਹਿਜੇ ਨਿਸ਼ਾਨ ਪਾਉਣਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਕਦੀ ਵੇਖਣਾ, ਇੱਕ ਪੱਥਰ ਦੀ ਕੰਧ ਹੈ, ਉਥੋਂ ਹਰ ਰੋਜ਼ ਸੈਂਕੜੇ ਦੀ ਗਿਣਤੀ ਵਿੱਚ ਬੰਦੇ ਉਸ ਕੰਧ ਨੂੰ ਹੱਥ ਪਾ ਕੇ ਨਿਕਲਣ, ਤੇ ਕੁਝ ਸਾਲਾਂ ਮਹੀਨਿਆਂ ਤੋਂ ਬਾਅਦ ਉਸ ਕੰਧ ਜਿਹੜੀ ਪੱਥਰ ਦੀ ਇੱਟਾਂ ਦੀ ਬਣੀ ਹੈ, ਉਹਦੇ ਉੱਤੇ ਬੰਦੇ ਦੇ ਹੱਥਾਂ ਦੇ ਨਿਸ਼ਾਨ ਪੈਣ ਲੱਗ ਪੈਣਗੇ। ਇਸੇ ਤਰ੍ਹਾਂ ਜਦੋਂ ਗੁਰਸਿੱਖ ਉਹਦਾ ਨਾਮ ਉਚਾਰਦਾ, ਉਹਦਾ ਨਾਮ ਜਪਦਾ ਹੈ, ਤੇ ਨਾਮ ਦੀ ਅੰਦਰ ਇੱਕ ਬੰਦੇ ਦੀ ਸੁਰਤ ਦੇ ਵਿੱਚ ਚੋਟ ਵੱਜਦੀ। ਉਸ ਚੋਟ ਦੇ ਨਾਲ, ਜਿਹਨੂੰ ਕਬੀਰ ਜੀ ਕਹਿੰਦੇ, ਚੋਟ ਸਹਾਰੈ ਸ਼ਬਦ ਕੀ। ਮਨ ਸ਼ਬਦ ਦੇ ਕੋਲ ਰੱਖੇ ਤੇ ਉਚਾਰਨ ਕਰੇ, ਉਹ ਸ਼ਬਦ ਦੀ ਚੋਟ ਮਨ 'ਤੇ ਪੈਂਦੀ ਰਹਿੰਦੀ, ਸੁਰਤ ਵਿੱਚ ਪੈਂਦੀ ਰਹੇਗੀ, ਤੇ ਬੰਦੇ ਦੀ ਸੁਰਤ ਵਿੱਚ ਨਿਸ਼ਾਨ ਪੈਣਾ ਸ਼ੁਰੂ ਹੋ ਜਾਏਗਾ, ਧੱਬਾ ਲੱਗਣਾ ਸ਼ੁਰੂ ਹੋ ਜਾਏਗਾ। ਜ਼ਰੂਰੀ ਨਹੀਂ ਕਿ ਕਾਲਖ ਦੇ ਧੱਬੇ ਲੱਗਦੇ ਨੇ, ਜ਼ਰੂਰੀ ਨਹੀਂ ਕਿ ਮੈਲ ਦੀਆਂ ਨਿਸ਼ਾਨੀਆਂ ਲੱਗਦੀਆਂ ਨੇ, ਨਿਰਮਲਤਾ ਦੀਆਂ ਵੀ ਨਿਸ਼ਾਨੀਆਂ ਨੇ ਮਨੁੱਖ ਦੇ ਅੰਦਰ। ਜਿਵੇਂ ਮੈਲ ਲੱਗੇ, ਕਾਲਖ ਲੱਗੇ, ਚੋਟ ਲੱਗੇ, ਜ਼ਖਮ ਹੋ ਜਾਏ, ਉਹਦੀ ਨਿਸ਼ਾਨੀ ਪੈਂਦੀ ਹੈ। ਕੱਪੜੇ 'ਤੇ ਕਾਲਖ ਦੀ ਨਿਸ਼ਾਨੀ ਵੀ ਲੱਗ ਸਕਦੀ ਹੈ। ਮੱਥੇ 'ਤੇ ਬੰਦਾ ਕਾਲਖ ਦੀ ਕੋਠੀ ਵਿੱਚੋਂ ਨਿਕਲ ਕੇ ਆਵੇ, ਤੇ ਸਾਧ ਸੰਗਤ ਉਸ ਕਾਲਖ ਦੀ ਕੋਠੀ ਦੀ ਕਾਲਖ ਜਿਹੜੀ ਹੈ, ਉਹ ਮੱਥੇ 'ਤੇ ਲੱਗ ਜਾਂਦੀ, ਮੱਥਾ ਕਾਲਾ ਹੋ ਜਾਂਦਾ ਹੈ। ਖਬਰ ਮਿਲਦੀ ਏ ਕਿ ਬੰਦਾ ਕਿਤੇ ਕੋਲਿਆਂ ਦੀ ਖਾਣ ਵਿੱਚੋਂ ਨਿਕਲ ਕੇ ਆਇਆ, ਉਹਦੇ ਹੱਥਾਂ ਨੂੰ, ਪੈਰਾਂ ਨੂੰ, ਮੂੰਹ ਨੂੰ, ਕੱਪੜਿਆਂ ਨੂੰ ਕਾਲਖ ਲੱਗੀ ਹੋਵੇਗੀ, ਨਿਸ਼ਾਨੀ ਹੈ ਉਹਦੀ, ਉੱਥੋਂ ਪਕੜਿਆ ਜਾਂਦਾ। ਉਹ ਜਿਵੇਂ ਕੋਈ ਮਨੁੱਖ ਕਿਸੇ ਦਾ ਕਤਲ ਕਰਦਾ ਹੈ, ਤੇ ਉਹਦੇ ਹੱਥ ਉਸ ਸ਼ਸਤਰ ਦੇ ਉੱਤੇ, ਉਂਗਲਾਂ ਦੇ ਜਿਹੜੇ ਫਿੰਗਰ ਨੇ, ਉਹ ਪੈ ਜਾਂਦੇ ਨੇ, ਫੜੇ ਜਾਂਦੇ ਨੇ। ਇਸੇ ਤਰ੍ਹਾਂ ਜੇ ਕੋਲੇ ਦੀ ਖਾਣ ਵਿੱਚ ਕੋਈ ਕੰਮ ਕਰਕੇ ਆਵੇ, ਉਹਦੇ ਕੱਪੜੇ ਖਬਰ ਦੇਣਗੇ, ਨਿਸ਼ਾਨੀ ਲੱਗ ਜਾਏਗੀ ਕਿ ਕੋਲਿਆਂ ਦਾ ਕੰਮ ਕਰਦਾ ਹੈ। ਤੇ ਜੇ ਕੋਈ ਸਾਧ ਸੰਗਤ ਫੁੱਲਾਂ ਦੇ ਬਾਗ ਵਿੱਚ ਕਿਤੇ ਨਾ ਕਿਤੇ ਮਾਲੀ ਬਣ ਕੇ ਕੰਮ ਕਰਦਾ ਹੈ,
ਸਾਰਾ ਦਿਨ ਫੁੱਲਾਂ ਨੂੰ ਗੋੜਦਾ ਹੈ, ਫੁੱਲਾਂ ਨੂੰ ਪਾਣੀ ਪਾਉਂਦਾ ਹੈ, ਫੁੱਲ ਤੋੜ ਕੇ ਹਾਰ ਬਣਾਉਂਦਾ ਹੈ, ਅਤੇ ਜਦੋਂ ਉਹ ਬੰਦਾ ਸ਼ਾਮ ਨੂੰ ਵਾਪਸ ਪਰਤੇਗਾ ਉਹਦੇ ਕੱਪੜਿਆਂ ਵਿੱਚੋਂ, ਉਹਦੇ ਹੱਥਾਂ ਵਿੱਚੋਂ ਫੁੱਲਾਂ ਦੀ ਸੁਗੰਧੀ ਵੀ ਆਵੇਗੀ। ਜ਼ਰੂਰੀ ਨਹੀਂ ਕਿ ਕੋਲਿਆਂ ਦੀ ਕਾਲਖ ਹੀ ਲੱਗਦੀ ਹੈ। ਜੇ ਕੋਲਿਆਂ ਦੀ ਕਾਲਖ ਲੱਗਦੀ ਹੈ ਤਾਂ ਫੁੱਲਾਂ ਦੀ ਸੁਗੰਧੀ ਵੀ ਲੱਗ ਸਕਦੀ ਹੈ, ਫੁੱਲਾਂ ਦਾ ਰੰਗ ਵੀ ਲੱਗ ਸਕਦਾ ਹੈ, ਉਹਦਾ ਰੰਗ ਅੰਦਰ ਟਿਕ ਸਕਦਾ ਹੈ। ਗੁਰਬਾਣੀ ਦੇ ਵਿੱਚ ਉਸ ਰੰਗ ਦਾ ਜ਼ਿਕਰ ਕੀਤਾ ਗਿਆ ਹੈ, ਜਿਹਦੇ ਵਿੱਚ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਹਰ ਲੋਕਾਂ ਨੂੰ ਹੋਲੀ ਖੇਡਦੇ ਵੇਖਿਆ, ਕੱਚੇ ਰੰਗ ਬਣਾ ਕੇ ਇੱਕ ਦੂਜਿਆਂ ਦੇ ਕੱਪੜਿਆਂ 'ਤੇ ਸੁੱਟਦਿਆਂ ਦੇਖਿਆ, ਅਤੇ ਸਤਿਗੁਰੂ ਨੇ ਸਹਿਜ ਸੁਭਾਏ ਕਿਹਾ, ਕਹਿਣ ਲੱਗੇ ਰੱਬ ਦੇ ਪਿਆਰਿਆਂ ਦੀ, ਗੁਰੂ ਦੀ ਸੇਵਾ ਦੀ ਹੋਲੀ ਖੇਡ, ਤੇਰੇ ਉੱਤੇ ਪਰਮਾਤਮਾ ਦੇ ਨਾਮ ਦੇ ਛਿੱਟੇ ਪੈਣਗੇ ਅਤੇ ਤੇਰਾ ਜੀਵਨ ਰੰਗਿਆ ਜਾਏਗਾ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਲੱਗਾ ਨਾ ਉਹਦਾ ਵੀ ਰੰਗ। ਜੇ ਮਨਮੁਖ ਦੀ ਸੰਗਤ ਕਰਦਾ ਮਨੁੱਖ ਅਤੇ ਮਨਮੁਖ ਦੇ ਜੀਵਨ ਦਾ ਪ੍ਰਭਾਵ ਬੰਦੇ 'ਤੇ ਪੈਂਦਾ ਹੈ, ਉਹਦੇ ਧੱਬੇ, ਉਹਦੇ ਨਕਸ਼ ਪੈਂਦੇ ਨੇ, ਅਤੇ ਫਿਰ ਗੁਰਮੁਖਾਂ ਦੀ ਸੰਗਤ, ਉਹਨਾਂ ਦੇ ਸੰਗਤ ਵਿੱਚ ਰਿਆਂ ਵੀ ਬੰਦੇ 'ਤੇ ਉਸੇ ਤਰ੍ਹਾਂ ਰੰਗ ਲੱਗਦਾ ਹੈ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ, ਮਨ ਤਨ ਮੌਲਿਓ ਅਤ ਅਨੂਪ। ਉਸ ਮਨੁੱਖ ਦਾ ਮਨ ਅਤੇ ਤਨ ਦੋਵੇਂ ਮੌਲੇ ਜਾਂਦੇ ਨੇ, ਰੰਗੇ ਜਾਂਦੇ ਨੇ। ਮਨ ਤਨ ਮੌਲਿਓ ਅਤ ਅਨੂਪ, ਅਤੇ ਉਸ ਰੰਗ ਦੀ ਵਿਸ਼ੇਸ਼ਤਾ ਇਹ ਹੈ, ਸੂਕੈ ਨਾਹੀਂ ਛਾਮ ਧੂਪ। ਛਾਂ ਆ ਜਾਏ ਅਤੇ ਤਾਂ ਵੀ ਫਿੱਕਾ ਨਹੀਂ, ਧੁੱਪ ਆ ਜਾਏ ਅਤੇ ਤਾਂ ਵੀ ਫਿੱਕਾ ਨਹੀਂ ਪੈਂਦਾ, ਉਹਦੇ ਵੀ ਧੱਬੇ ਪੈਂਦੇ ਨੇ। ਹਰ ਇੱਕ ਕੰਮ ਬੰਦੇ ਦੇ ਮਨ ਦੇ ਉੱਤੇ ਸੱਟ ਮਾਰਦਾ ਹੈ, ਨਿਸ਼ਾਨੀਆਂ ਲਾਉਂਦਾ ਹੈ, ਧੱਬੇ ਲਾਉਂਦਾ ਹੈ। ਪਾਪ ਕਰੇਗਾ ਅਤੇ ਮੱਥੇ 'ਤੇ ਪਾਪਾਂ ਦੇ ਧੱਬੇ, ਨਾਮ ਜਪੇਗਾ ਅਤੇ ਨਾਮ ਦਾ ਨਿਸ਼ਾਨ ਲੱਗੇਗਾ। ਹੋਰ ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਗੁਰਬਾਣੀ ਵਿੱਚ ਕਹਿ ਦਿਆਂ। ਸਤਿਗੁਰੂ ਨੇ ਇੱਕ ਥਾਂ 'ਤੇ ਬਚਨ ਕੀਤਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ, ਜਦੋਂ ਬੰਦੇ ਦਾ ਮਨ ਤ੍ਰਿਸ਼ਨਾ ਦੇ ਵਿੱਚ ਤਪਦਾ ਹੈ ਅਤੇ ਉਸ ਤਪਸ਼ ਦੇ ਨਾਲ ਉਹਦੇ ਵਿੱਚ ਦਾਗ ਪੈਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਉਹਦੇ ਅੰਦਰ ਕੋਈ ਵੀ ਇਹ ਅੰਦਰ ਦਾ ਵਿਕਾਰ ਭਾਰੂ ਹੋ ਜਾਏ, ਈਰਖਾ, ਲੋਭ, ਮੋਹ, ਹੰਕਾਰ, ਵਾਸਨਾ, ਅੰਦਰ ਤਪਣ ਲੱਗ ਪੈਂਦਾ ਹੈ, ਅੰਦਰ ਕੱਢਦਾ। ਔਰ ਤਪਸ਼ ਕਾਹਦੀ ਨਿਸ਼ਾਨੀ ਹੈ? ਜੀਉ ਤਪਤ ਹੈ ਬਾਰੋ ਬਾਰ, ਖਰਾਬੀ ਦੀ ਨਿਸ਼ਾਨੀ ਹੈ। ਤਪਸ਼ ਬੰਦੇ ਦੇ ਸਵਾਸ ਕਾਲੇ ਹੋ ਜਾਣੇ। ਜਿਹੜਾ ਕੰਮ ਕਰਦਿਆਂ ਬੰਦੇ ਦੇ ਸਵਾਸ ਕਾਲੇ ਪੈਂਦੇ ਨੇ, ਉਹ ਜਿਹੜਾ ਕਰਮ ਹੈ ਉਹ ਪਾਪ ਹੈ, ਖਿਆਲ ਰੱਖਣਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜਿਵੇਂ ਸਾਡੀ ਗੱਡੀ ਵਿੱਚ ਇੱਕ ਹੀਟ ਹੈ, ਉਹਦਾ ਮੀਟਰ ਹੈ, ਉਹਦੀ ਗੇਜ ਲੱਗੀ ਹੋਈ ਹੈ। ਜਦੋਂ ਗੱਡੀ ਵਿੱਚ ਕੋਈ ਨੁਕਸ ਪਏਗਾ, ਕਿਸੇ ਚੀਜ਼ ਵਿੱਚ ਘਾਟਾ ਵਾਧਾ ਹੋਏਗਾ, ਤੇ ਗੱਡੀ ਗਰਮ ਹੋਣੀ ਸ਼ੁਰੂ ਹੋ ਜਾਏਗੀ। ਤਪਸ਼ ਕੀ ਹੈ? ਮਨ ਦੀ ਤਪਸ਼ ਕੀ ਹੈ? ਮਨ ਦੀ ਤਪਸ਼ ਦੱਸ ਰਹੀ ਹੈ ਕਿ ਜੀਵਨ ਵਿੱਚ ਕਿਤੇ ਨਾ ਕਿਤੇ ਨੁਕਸ ਆ ਗਿਆ, ਗਲਤ ਰਾਹ 'ਤੇ ਆਦਮੀ ਜਾ ਰਿਹਾ। ਉਹਦੀਆਂ ਫਿਰ ਨਿਸ਼ਾਨੀਆਂ ਅੰਦਰ ਪੈਣਗੀਆਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲ ਖਦਾ ਗਾਤਾ। ਸਾਰੇ ਅੰਗ ਗਿਣੇ ਨੇ, ਥੋੜ੍ਹੀ ਜਿਹੀ ਇਹਦੇ ਉੱਤੇ ਵਿਚਾਰ ਕਰੀਏ। ਜਿਨ ਕੰਨ ਕੀਤੇ, ਮੈਂ ਗੱਲ ਕਰ ਰਿਹਾ ਸੀ ਸਿਰਫ ਇਸ ਵਿਸ਼ੇ 'ਤੇ। ਗੁਰਮਤਿ ਨੇ ਕਈ ਤਰੀਕੇ ਦੱਸੇ ਨੇ ਪਰਮਾਤਮਾ ਨਾਲ ਜੁੜਨ ਦੇ। ਉਹਨਾਂ ਵਿੱਚ ਇੱਕ ਤਰੀਕਾ ਹੈ ਨਾਮ ਦਾ ਨਿਸ਼ਾਨ ਅੰਦਰ ਪੈਣਾ। ਅਤੇ ਉਸ ਚੀਜ਼ ਨੂੰ ਸਮਝਣ ਵਾਸਤੇ ਮੈਂ ਉਦਾਹਰਨ ਦੇ ਰਿਹਾ ਸੀ ਕਿ ਪਾਪਾਂ ਦੇ ਵੀ ਨਿਸ਼ਾਨ ਅੰਦਰ ਪੈਂਦੇ ਨੇ, ਨਾਮ ਦਾ ਵੀ ਨਿਸ਼ਾਨ ਅੰਦਰ ਪੈਂਦਾ ਹੈ। ਜਦੋਂ ਅਸੀਂ ਪਾਪਾਂ ਦਾ ਨਿਸ਼ਾਨ ਅੰਦਰ ਵੱਧਦਾ ਜਾਂਦਾ, ਮਨੁੱਖ ਵਾਰ-ਵਾਰ ਝੂਠ ਬੋਲਦਾ, ਵਾਰ-ਵਾਰ ਝੂਠ ਬੋਲਦਾ, ਅਤੇ ਝੂਠ ਦਾ ਅੰਦਰ ਥਾਂ ਬਣ ਜਾਂਦਾ। ਫਿਰ ਝੂਠ ਬੋਲਣਾ ਨਹੀਂ ਪੈਂਦਾ। ਸਹਿਜ ਸੁਭਾਏ ਆਦਮੀ ਬੈਠਦਾ ਹੈ ਅਤੇ ਉਹਦੇ ਮਨ ਵਿੱਚ ਲੱਗੇ ਹੋਏ ਝੂਠ ਦਾ ਨਿਸ਼ਾਨ ਉਹਦੀ ਸੁਰਤ ਨੂੰ ਕੋਲ ਖਿੱਚ ਕੇ ਲੈ ਜਾਂਦਾ ਹੈ।
ਉਹਨੂੰ ਫਿਰ ਮਜਬੂਰ ਕਰਦਾ ਝੂਠ ਬੋਲਣ ਵਾਸਤੇ। ਇਸੇ ਤਰ੍ਹਾਂ ਜੇ ਕੋਈ ਮਨੁੱਖ ਵਾਰ-ਵਾਰ ਪਰਮਾਤਮਾ ਦਾ ਨਾਮ ਉਚਾਰਦਾ ਹੈ, ਵਾਰ-ਵਾਰ ਉਹਦੀ ਯਾਦ ਵਿੱਚ ਬਹਿੰਦਾ ਹੈ, ਵਾਰ-ਵਾਰ ਉਹਦੇ ਪ੍ਰੇਮ ਵਿੱਚ ਬੈਠਦਾ ਹੈ, ਇਸੇ ਤਰ੍ਹਾਂ ਉਹਦੇ ਪ੍ਰੇਮ ਦਾ ਇੱਕ ਛੋਟਾ ਜਿਹਾ ਨਿਸ਼ਾਨ, ਜਿੱਥੇ ਝੂਠ ਦਾ ਨਿਸ਼ਾਨ ਲੱਗਾ ਸੀ ਉੱਥੇ ਪ੍ਰੇਮ ਦਾ ਨਿਸ਼ਾਨ ਲੱਗ ਗਿਆ। ਹੁਣ ਉਹਨੂੰ ਪ੍ਰੇਮ ਕਰਨਾ ਨਹੀਂ ਪੈਂਦਾ, ਉਹ ਨਿਸ਼ਾਨ ਉਹਦੇ ਧਿਆਨ ਨੂੰ ਵਾਰ-ਵਾਰ ਖਿੱਚ ਕੇ ਉਸ ਥਾਂ 'ਤੇ ਲੈ ਕੇ ਜਾਂਦਾ ਹੈ। ਪ੍ਰੇਮ ਆਪਣੇ ਆਪ ਪੈਦਾ ਹੋਵੇਗਾ, ਧਿਆਨ ਆਪਣੇ ਆਪ ਉਹਦਾ ਟਿਕੇਗਾ। ਇਸ ਕਰਕੇ ਕਿਵੇਂ ਅੰਦਰ ਧੱਬੇ ਲੱਗਦੇ ਨੇ, ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ ਕਹਿੰਦੇ ਨੇ, ਜਿਨ ਕੰਨ ਕੀਤੇ, ਕੰਨਾਂ ਦੇ ਰਾਹੀਂ ਸਰੀਰ ਦੀ ਮੈਲ ਤੇ ਕੰਨਾਂ ਦੇ ਰਾਹੀਂ ਬਾਹਰ ਆਉਂਦੀ ਏ। ਜਿੰਨੇ ਇੰਦਰੇ ਨੇ, ਅੱਖਾਂ ਹੈ, ਕੰਨ ਹੈ, ਮੂੰਹ ਹੈ, ਇਹਨਾਂ ਦੇ ਰਾਹੀਂ ਸਰੀਰ ਦੀ ਮੈਲ ਬਾਹਰ ਨਿਕਲਦੀ ਏ। ਪਰ ਸਾਧ ਸੰਗਤ ਇਹਨਾਂ ਦੇ ਰਾਹੀਂ ਮਨ ਦੀ ਮੈਲ ਅੰਦਰ ਜਾਂਦੀ ਹੈ। ਇਹ ਦੋਵੇਂ ਰਸਤੇ ਨੇ। ਬਾਹਰ ਜਾਂਦੀ ਹੈ ਸਰੀਰ ਦੀ ਮੈਲ, ਤੁਸੀਂ ਕੰਨਾਂ ਵੱਲ ਵੇਖੋ, ਕੰਨਾਂ ਦੇ ਰਾਹੀਂ ਸਰੀਰ ਦੀ ਮੈਲ ਬਾਹਰ ਨਿਕਲਦੀ ਏ। ਜੇ ਉਹਦੇ ਵਿੱਚ ਜੰਮ ਜਾਏ ਤੇ ਸੁਣਨਾ ਬੰਦ ਹੋ ਜਾਂਦਾ ਹੈ, ਉਹ ਕੁਦਰਤੀ ਹੈ। ਪਰ ਕੰਨਾਂ ਦੇ ਰਾਹੀਂ ਮਨ ਦੀ ਮੈਲ ਵੀ ਅੰਦਰ ਜਾ ਸਕਦੀ ਏ, ਮਨ ਦੀ ਪਵਿੱਤਰਤਾ ਵੀ ਅੰਦਰ ਜਾ ਸਕਦੀ ਹੈ। ਦੋਵੇਂ ਚੀਜ਼ਾਂ ਨੇ। ਮੈਲ ਕਿਵੇਂ ਅੰਦਰ ਜਾਏਗੀ? ਜਦੋਂ ਸਾਡੀ ਉਸਤਤ ਹੁੰਦੀ ਹੈ, ਉਸ ਵੇਲੇ ਜਿਹੜਾ ਸਾਨੂੰ ਰਸ ਮਿਲਦਾ ਬਹੁਤਾ, ਜਿਹਦੇ ਵਿੱਚ ਸਾਨੂੰ ਹੰਕਾਰ ਦੀ ਇੱਕ ਪੈਦਾਇਸ਼ ਹੁੰਦੀ ਹੈ ਅੰਦਰੋਂ, ਆਪਣੀ ਉਸਤਤ ਸੁਣਨ ਦੀ ਆਦਤ ਵੱਧਦੀ ਜਾਂਦੀ ਹੈ। ਉਸਤਤ ਸੁਣਦਿਆਂ ਸਾਰ ਮਨ ਸੌਣ ਲੱਗ ਪੈਂਦਾ ਹੈ। ਵਡਿਆਈ ਦੇ 4 ਸ਼ਬਦ, ਉਹ ਮਨੁੱਖ ਸਾਨੂੰ ਸੁਖਦਾਈ ਪ੍ਰਤੀਤ ਹੁੰਦਾ ਜਿਹੜਾ ਸਾਡੀ ਉਸਤਤ ਕਰੇ, ਜਿਹੜਾ ਸਾਡੀ ਵਡਿਆਈ ਕਰੇ। ਸਮਝ ਲੈਣਾ ਮੈਲ ਅੰਦਰ ਜਾ ਰਹੀ ਹੈ। ਇਹ ਰਸਤਾ ਬਣ ਗਿਆ ਮੈਲ ਨੂੰ ਅੰਦਰ ਜਾਣ ਦਾ। ਜੇ ਕੋਈ ਮਨੁੱਖ ਸਾਡੀ ਨਿੰਦਿਆ ਕਰੇਗਾ ਤੇ ਉਸ ਨਿੰਦਿਆ ਦੇ ਸ਼ਬਦ ਅੰਦਰ ਜਾਣਗੇ, ਵਡਿਆਈ ਨਹੀਂ ਕਰਦਾ ਤੇ ਉਹ ਜਿਹੜਾ ਅੰਦਰ ਦੁੱਖ ਜਾਂਦਾ ਹੈ, ਉਹਦੇ ਨਾਲ ਅੰਦਰ ਧੱਬੇ ਲੱਗਦੇ ਨੇ, ਅੰਦਰ ਇਸ ਤਰ੍ਹਾਂ ਮਨ ਜ਼ਖਮੀ ਹੁੰਦਾ ਜਾਂਦਾ ਹੈ। ਇਹ ਹੈ ਕੰਨਾਂ ਦੇ ਰਾਹੀਂ ਲੱਗੇ ਹੋਏ ਧੱਬੇ, ਉਸਤਤ ਤੇ ਨਿੰਦਿਆ ਦੇ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਉਸਤਤ ਤੇ ਨਿੰਦਿਆ ਨੂੰ ਛੱਡ, ਕਿਉਂਕਿ ਇਹ ਦੋਵੇਂ ਚੀਜ਼ਾਂ ਸੂਖਸ਼ਮ ਤੌਰ 'ਤੇ ਤੇਰੇ ਕੰਨਾਂ ਦੇ ਰਾਹੀਂ ਪ੍ਰਵੇਸ਼ ਕਰਕੇ ਤੇਰੀ ਸੁਰਤ ਦੇ ਵਿੱਚ ਧੱਬੇ ਪਾਉਂਦੀਆਂ ਨੇ, ਨਿਸ਼ਾਨ ਲਾ ਦਿੰਦੀਆਂ ਨੇ। ਫਿਰ ਇਹਨਾਂ ਦੀ ਵਾਦੀ ਵੱਧਦੀ ਜਾਂਦੀ ਹੈ, ਇਹਨਾਂ ਦਾ ਸਵਾਦ ਵੱਧ ਜਾਂਦਾ ਹੈ, ਆਦਮੀ ਇਹਨਾਂ ਵਿੱਚ ਫਸਦਾ ਜਾਂਦਾ ਹੈ। ਇਸੇ ਤਰ੍ਹਾਂ ਅੱਖਾਂ ਦੇ ਰਾਹੀਂ ਮੈਲ ਬਾਹਰ ਨੂੰ ਆਉਂਦੀ ਏ ਤੇ ਅੱਖਾਂ ਦੇ ਰਾਹੀਂ ਮੈਲ ਅੰਦਰ ਵੀ ਜਾਂਦੀ ਹੈ। ਅੱਖਾਂ ਦੇ ਰਾਹੀਂ ਪ੍ਰਦੂਸ਼ਣ ਅੰਦਰ ਜਾਂਦਾ ਹੈ। ਇੰਨੀਆਂ ਤਸਵੀਰਾਂ ਮਨੁੱਖ ਨੇ ਅੰਦਰ ਭੇਜੀਆਂ ਨੇ ਕਿ ਹੁਣ ਅੰਦਰੋਂ ਤਸਵੀਰਾਂ ਦਾ ਹੜ੍ਹ ਆ ਜਾਂਦਾ ਹੈ। ਜਿਉਂ ਹੀ ਕੋਈ ਧਰਮ ਦੇ ਮਾਰਗ 'ਤੇ ਤੁਰਦਾ, ਤਸਵੀਰ ਤੇ ਤਸਵੀਰ ਉਹਦੇ ਸਾਹਮਣੇ ਤੁਰੀ ਆਉਂਦੀ ਹੈ, ਅੰਦਰੋਂ ਬੜਾ ਕੁਝ ਨਿਕਲਦਾ ਹੈ। ਇਹਦੇ ਸੰਬੰਧ ਵਿੱਚ ਅਸੀਂ ਕਦੀ ਪਰਹੇਜ਼ ਹੀ ਨਹੀਂ ਕੀਤਾ, ਇਹਦੇ ਸੰਬੰਧ ਵਿੱਚ ਅਸੀਂ ਕਦੀ ਜਾਣੇ ਹੀ ਨਹੀਂ ਹੈ। ਅੱਖਾਂ ਦੇ ਰਾਹੀਂ ਕਿੰਨਾ ਕੁਝ ਗਿਆ ਹੈ। ਪਹਿਲਾ ਮਨੁੱਖ ਧਰਮ ਕਮਾਉਣ ਦੇ ਕਾਬਲ ਸੀ, ਖਿਆਲ ਰੱਖਣਾ। ਅੱਜ ਤੇ ਮੈਂ ਸੱਚ ਬੇਨਤੀ ਕਰਾਂ, ਇੱਕ ਸਿਰਫ ਧਰਮ ਕਮਾਉਣਾ, ਜਿਵੇਂ ਕਹਿ ਲਓ ਵੀ ਆਦਤ ਪੂਰੀ ਕਰਨੀ ਹੈ, ਧਰਮ ਕਮਾਉਣ ਦਾ ਮਾਹੌਲ ਹੁਣ ਸੰਸਾਰ ਵਿੱਚ ਨਹੀਂ ਹੈ ਬਿਲਕੁਲ। ਕਿਉਂਕਿ ਧਰਮ ਇੱਕ ਸਕੂਨ ਮੰਗਦਾ ਹੈ, ਇੱਕ ਦਾਇਰਾ ਜੀਵਨ ਦਾ ਟਿਕਿਆ ਹੋਇਆ ਮੰਗਦਾ, ਉਹਨੂੰ ਮਾਹੌਲ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਧਰਮ ਦੇ ਤੌਰ 'ਤੇ ਬਾਂਝਪੁਣਾ ਪੈਦਾ ਹੋ ਗਿਆ। ਜਿਵੇਂ ਤੁਸੀਂ ਵੇਖਿਆ ਹੋਏਗਾ ਨਾ, ਕੁਝ ਸਰੀਰ ਐਸੇ ਨੇ ਜਿਹੜੇ ਬਾਂਝ ਹੋ ਜਾਂਦੇ ਨੇ, ਜਿਨ੍ਹਾਂ ਵੱਲ ਬੱਚੇ ਪੈਦਾ ਨਹੀਂ ਹੁੰਦੇ। ਕੁਝ ਇਸਤਰੀਆਂ ਐਸੀਆਂ ਨੇ, ਕਿਉਂ? ਕਾਰਨ ਕੀ ਹੈ? ਉਹਨਾਂ ਦੇ ਸਰੀਰ ਦਾ ਮਾਹੌਲ ਬੱਚੇ ਨੂੰ ਪੈਦਾ ਕਰਨ ਦੇ ਯੋਗ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਅੱਜ ਦਾ ਮਾਹੌਲ ਧਰਮ ਪੈਦਾ ਕਰਨ ਦੇ ਯੋਗ ਨਹੀਂ ਰਿਹਾ, ਕਿਉਂਕਿ ਇੰਨਾ ਕੁਝ ਉਹਨੂੰ ਸਾਰਾ ਦਿਨ ਇਹਨਾਂ ਸੰਸਾਰ ਦੇ ਵਿੱਚ ਸੰਬੰਧਿਤ ਹੁੰਦਾ ਹੈ। ਮਨੁੱਖ ਹਰ ਇੱਕ ਚੀਜ਼ ਨਾਲ ਜੁੜਦਾ ਹੈ, ਵੇਖਣ ਨਾਲ। ਵੇਖਣ ਦੀ ਭਰਮਾਰ ਇੰਨੀ ਹੈ ਕਿ ਅੰਦਰ ਪਤਾ ਨਹੀਂ ਸ਼ਾਮ ਤੱਕ ਕਿੰਨਾ ਕੁਝ ਉਡੇਲ ਦਿੰਦਾ, ਅੱਖਾਂ ਦੇ ਰਾਹੀਂ ਅੰਦਰ ਭਰਿਆ ਜਾਂਦਾ ਹੈ। ਕੰਨਾਂ ਦੇ ਰਾਹੀਂ ਇੰਨਾ ਕੁਝ ਸੁਣਦਾ ਹੈ ਕਿ ਅੰਦਰ ਭਰਿਆ ਜਾਂਦਾ ਆਵਾਜ਼ਾਂ ਦੇ ਨਾਲ। ਤੇ ਹੁਣ ਤੇ ਇੱਥੋਂ ਤੱਕ ਚਲੀ ਗਈ ਕਹਾਣੀ ਕਿ ਇਸ ਧਰਤੀ ਦੇ 20-25% ਲੋਕ ਇਸ ਤਰ੍ਹਾਂ ਦੇ ਹੋ ਗਏ ਨੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਕੰਨਾਂ ਦੇ ਵਿੱਚ ਤਾਰਾਂ ਲਾਉਣ ਤੋਂ ਬਿਨਾਂ।
ਉਹਨਾਂ ਨੂੰ ਕੁਝ ਨਾ ਕੁਝ ਸੁਣਨਾ ਪੈਂਦਾ, ਕਿਉਂਕਿ ਅੰਦਰ ਦੀ ਆਵਾਜ਼ ਇੰਨੀ ਵੱਧ ਗਈ, ਜਿੰਨਾ ਚਿਰ ਬਾਹਰੋਂ ਆਵਾਜ਼ ਨਹੀਂ ਮਿਲਦੀ ਉਹ ਸੌਂ ਨਹੀਂ ਸਕਦੇ, ਨੀਂਦ ਨਹੀਂ ਆਉਂਦੀ। ਇੰਨਾ ਉਸਨੇ ਅੰਦਰ ਭਰ ਦਿੱਤਾ, ਮਨੁੱਖ ਕਿੱਥੇ ਰਿਹਾ ਹੈ। ਆਦਮੀ ਤੇ ਗਾਇਬ ਹੋ ਗਿਆ ਇਸ ਧਰਤੀ ਤੋਂ, ਕੇਵਲ ਪੁਤਲੇ ਫਿਰਦੇ ਨੇ। ਇਸ ਤਰ੍ਹਾਂ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਵਿਚਾਰਾਂ ਦੇ ਰਾਹੀਂ ਇੰਨਾ ਕੁਝ ਉਹਦੇ ਅੰਦਰ ਬਾਹਰੋਂ ਉਸ ਨੂੰ ਮਿਲ ਜਾਂਦਾ ਹੈ ਕਿ ਫਿਰ ਉਸ ਧਰਤੀ ਦੇ ਉੱਤੇ, ਉਸ ਜੀਵਨ ਦੇ ਵਿੱਚ ਅਸੀਂ ਨਾਮ ਲੈ ਕੇ ਜਾਂਦੇ ਹਾਂ, ਜਿਹਦੇ ਵਿੱਚ ਇੰਨਾ ਕੁਝ ਭਰਿਆ ਹੋਇਆ। ਉਹਦੇ ਵਿੱਚ ਜਦੋਂ ਪਰਮਾਤਮਾ ਦਾ ਨਾਮ ਜਾਂਦਾ ਹੈ ਤੇ ਉਹ ਸਾਰਾ ਕੁਝ ਉਹਨੂੰ ਟਿਕਣ ਨਹੀਂ ਦਿੰਦਾ। ਇਸ ਕਰਕੇ ਇਹ ਪਰਹੇਜ਼ ਨੇ, ਇਹ ਅੰਦਰ ਪ੍ਰਦੂਸ਼ਣ ਸਤਿਗੁਰੂ ਨੇ ਕਿਹਾ ਬਾਣੀ ਦੇ ਵਿੱਚ, ਆਸਾ ਦੀ ਵਾਰ ਵਿੱਚ ਸਾਹਿਬ ਕਹਿੰਦੇ ਨੇ, ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਝੂਠ ਦੇ ਰਾਹੀਂ ਮੈਲ ਅੰਦਰ ਜਾ ਰਹੀ ਹੈ, ਅੰਦਰ ਨਿਸ਼ਾਨ ਪੈ ਰਿਹਾ। ਅੱਖੀ ਸੂਤਕ ਵੇਖਣਾ ਪਰ ਤਰਿਆ, ਪਰ ਤਨ ਰੂਪ। ਅੱਖਾਂ ਦੇ ਰਾਹੀਂ ਕਈ ਤਸਵੀਰਾਂ ਅੰਦਰ ਜਾ ਰਹੀਆਂ ਨੇ। ਕੰਨੀ ਸੂਤਕ ਕੰਨ ਪੈ ਲਾਏ, ਤਬਾਰੀ ਖਾਏ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਏ। ਇਹ ਸੂਤਕ, ਇਹ ਮੈਲ, ਇਹਦੀ ਅੰਦਰ ਨਿਸ਼ਾਨੀ ਬਣਦੀ। ਮੈਂ ਆਪਣੇ ਵਿਸ਼ੇ ਵੱਲ ਮੁੜਨ ਦਾ ਯਤਨ ਕਰਾਂ। ਸਿਰਫ ਕਹਿ ਰਿਹਾ ਸੀ, ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ, ਜਿਨ ਕੰਨ ਕੀਤੇ, ਜਿਸ ਪਰਮਾਤਮਾ ਨੇ ਤੇਰੇ ਕੰਨ ਬਣਾਏ ਸਨ, ਕਾਹਦੇ ਵਾਸਤੇ? ਕਿ ਤੂੰ ਆਪਣੇ ਸਿਰਜਣਹਾਰ ਦੀ ਉਸਤਤ ਦੇ ਸ਼ਬਦ ਪਾਈ ਇਹਨਾਂ ਕੰਨਾਂ ਵਿੱਚ, ਉਹ ਤੇਰੀ ਖੁਰਾਕ ਬਣੇਗੀ। ਉਹ ਸ਼ਬਦ ਤੇਰੇ ਅੰਦਰ ਬੀਜ ਦੇ ਰੂਪ ਵਿੱਚ ਡਿੱਗਣਗੇ ਤੇ ਅੰਦਰੋਂ ਨਾਮ ਦਾ ਪੌਦਾ, ਨਾਮ ਦਾ ਰੁੱਖ ਪੈਦਾ ਹੋਵੇਗਾ। ਕੰਨਾਂ ਨਾਲ ਸੁਣ ਉਹਦੀ ਉਸਤਤ, ਉਹਦੀ ਚੋਟ ਵੱਜੇਗੀ ਅੰਦਰ। ਜਿਨ ਕੰਨ ਕੀਤੇ ਅੱਖੀਂ, ਅੱਖਾਂ ਕੀਤੀਆਂ ਨੇ, ਅੱਖਾਂ ਨਾਲ ਦੀਦਾਰ ਕਰ ਗੁਰੂ ਦੇ, ਸਾਧ ਸੰਗਤ ਦੇ। ਅੱਖੀਂ ਨਾਕ, ਨੱਕ ਦਿੱਤਾ ਹੈ, ਤੇ ਨੱਕ ਦੇ ਇੱਥੇ ਅਰਥ ਨੇ ਕੱਲਾ ਸੁੰਘਣਾ ਨਹੀਂ, ਨੱਕ ਦੇ ਅਰਥ ਨੇ ਤੂੰ ਨੱਕ ਰੱਖਣ ਦੇ ਚੱਕਰ ਵਿੱਚ ਨਾ ਪਈ। ਯਾਦ ਰੱਖ, ਨੱਕ ਉਹਨਾਂ ਦਾ ਰਿਹਾ ਜਿਹੜੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਗਏ ਨੇ। ਨਹੀਂ ਤੇ ਗੁਰਬਾਣੀ ਵਿੱਚ ਬਚਨ ਆਇਆ, ਬਿਨ ਨਾਵੈ ਨੱਕੀ ਵੱਢੀ ਫਿਰੈ, ਉਹਨਾਂ ਦੇ ਨੱਕ ਵੱਢੇ ਗਏ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਅਰਦਾਸ ਕੀਤੀ ਪਰਮਾਤਮਾ ਦੇ ਚਰਨਾਂ ਵਿੱਚ, ਸਾਨੂੰ ਸਿਖਾਇਆ ਕਿ ਉਹਦੇ ਚਰਨਾਂ ਵਿੱਚ ਅਰਦਾਸ ਕਰ, ਤੇਰੀ ਨੱਕ ਰਹਿ ਜਾਏ। ਬਚਨ ਆਉਂਦਾ ਹੈ ਨਾ ਬਾਣੀ ਵਿੱਚ, ਹਰਜੂ ਰਾਖ ਲਿਹੋ ਪਤ ਮੇਰੀ, ਮੇਰੀ ਪਤ ਰੱਖ, ਮੇਰਾ ਨੱਕ ਰੱਖ ਲੈ। ਹਰਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ, ਉਰ ਅੰਤਰ ਸ਼ਰਨ ਗਹੀ, ਕਿਰਪਾ ਨਿਧ ਤੇਰੀ। ਹੋਰ ਬਚਨ ਉਹਨਾਂ ਨੇ ਕੀਤੇ, ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਘਰ ਜਾਵੋ। ਤੇਰਾ ਨੱਕ ਤਾਂ ਰਹੇਗਾ ਜੇ ਤੂੰ ਉਹਦੇ ਚਰਨਾਂ ਨਾਲ ਜੁੜਿਆ। ਸਰੀਰ ਦਾ ਇੱਕ ਇੱਕ ਅੰਗ ਦੱਸਿਆ ਬਾਣੀ ਵਿੱਚ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਦੇ ਜੇਵਾ ਦਿੱਤੀ, ਉਹਨੇ ਤੈਨੂੰ ਰਸਨਾ ਵੀ ਦਿੱਤੀ ਹੈ। ਬੋਲੇ ਤਾਤ, ਤਾਤ ਦੇ ਅਰਥ ਆਪਣੇ ਆਪਣੇ ਢੰਗ ਨਾਲ ਕੀਤੇ ਗਏ ਨੇ। ਤਾਤ ਦੇ ਅਰਥ ਸਤ ਸੰਗਤ, ਤੱਤਾ ਵੀ ਹੁੰਦਾ ਹੈ। ਤਾਤ ਦੇ ਅਰਥ ਤਤ ਵੀ ਹੁੰਦਾ ਹੈ। ਤਾਤ ਦੇ ਅਰਥ ਕਈ ਪ੍ਰਕਾਰ ਨਾਲ ਕੀਤੇ ਨੇ। ਤਾਤ ਦਾ ਭਾਵ ਹੈ ਇਹ ਅੱਖਾਂ, ਇਹ ਨੱਕ, ਇਹ ਕੰਨ ਤੇ ਜੇਵਾ, ਇਹ ਤੱਤੇ ਬੋਲਦੇ ਨੇ, ਭਾਵ ਵਿਕਾਰਾਂ ਵਿੱਚ ਡਿੱਗੇ ਹੋਏ ਨੇ। ਅਰਥ ਇਹ ਨਿਕਲਣਗੇ ਕਿਉਂਕਿ ਸਾਰੇ ਸ਼ਬਦ ਵਿੱਚ ਵਿਕਾਰਾਂ ਦੀ ਵਿਆਖਿਆ ਕੀਤੀ ਜਾ ਰਹੀ ਹੈ। ਇੱਕ ਪੰਕਤੀ ਦੇ ਅਰਥ ਅਸੀਂ ਵੱਖਰੇ ਨਹੀਂ ਕਰ ਸਕਦੇ। ਤਾਤ ਦੇ ਅਰਥ ਇੱਥੇ ਗਰਮ ਹੋਵੇਗਾ, ਤਾਤ ਦੇ ਅਰਥ ਇੱਥੇ ਨਿੰਦਿਆ ਹੋਵੇਗਾ, ਤਾਤ ਦੇ ਅਰਥ ਹੋਣਗੇ ਨੈਗੇਟਿਵ ਕਾਰਜ ਜੋ ਨਹੀਂ ਕਰਨਾ ਚਾਹੀਦਾ, ਉਹ ਕਰ ਰਹੇ ਨੇ ਤੇਰੇ ਇੰਦਰੇ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਜਿਨੇ ਤੇਰੇ ਮਨ ਵਿੱਚ ਤ੍ਰਿਸ਼ਨਾ ਦੀ ਅੱਗ ਪਾਈ ਏ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਮੈਂ ਦਾਗ ਦੇ ਉੱਤੇ ਬੋਲਦਾ ਹੋਇਆ ਅੱਗੇ ਚਲਾ ਗਿਆ ਸੀ। ਦਾਗ ਲੱਗਦਾ ਹੈ। ਗੁਰੂ ਸਾਹਿਬ ਕਹਿੰਦੇ ਜਿੰਨਾ ਜਿੰਨਾ ਤੂੰ ਸੰਸਾਰ ਦਾ ਅਭਿਆਸ ਕਰੇਗਾ, ਤੇਰੇ ਜੀਵਨ ਦੇ ਉੱਤੇ ਓਨੇ ਸੰਸਾਰ ਦੇ ਦਾਗ ਲੱਗਣਗੇ, ਧੱਬੇ ਲੱਗਣਗੇ, ਨਿਸ਼ਾਨ ਲੱਗਣਗੇ। ਦਾਗ ਦੋਸ਼ ਮੂੰਹ ਚੱਲਿਆ ਲਾਏ, ਹੁਣ ਨਹੀਂ ਦਿਸਦੇ। ਹੁਣ ਤਾਂ ਇਹ ਜਿਹੜੀ ਵਿਆਖਿਆ ਹੈ,
ਇਹ ਵੀ ਨਹੀਂ ਸਮਝ ਵਿੱਚ ਆਉਂਦੀ ਵੀ ਦਾਗ ਕਿਤੇ ਨਹੀਂ ਲੱਗਦਾ। ਸਾਧ ਸੰਗਤ, ਗੁਰੂ ਦੀ ਗੁਰਬਾਣੀ ਦੀ ਧਰਮ ਦੀ ਵਿਆਖਿਆ ਹੈ ਹੀ ਐਸੀ, ਸਾਰੀ ਅਣਦਿਸਦੇ ਦੀ ਵਿਆਖਿਆ ਹੈ, ਕੁਝ ਵੀ ਦਿਸਦਾ ਨਹੀਂ। ਜਦੋਂ ਕਹਿੰਦੇ ਨੇ ਤੈਨੂੰ ਮੈਲ ਲੱਗੀ, ਮੈਲ ਦੀ ਸਮਝ ਨਹੀਂ ਆਉਂਦੀ ਕਿੱਥੇ ਹੈ। ਜਦੋਂ ਆਪਾਂ ਕਹਿੰਦੇ ਹਾਂ ਵੀ ਦਾਗ ਲੱਗੇ ਨੇ, ਆਦਮੀ ਕਹਿੰਦਾ ਦਾਗ ਕਿੱਥੇ ਲੱਗਾ ਹੈ, ਕੱਪੜੇ ਤਾਂ ਸਾਫ਼, ਕਿਤੇ ਦਾਗ ਨਹੀਂ। ਜਿਹਨੂੰ ਦਾਗ ਦਿਸੇ ਅੰਦਰੋਂ, ਉਹਨੂੰ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਦਾਗ ਕਿਹਨੂੰ ਕਹਿ ਰਹੇ ਨੇ। ਕਿਉਂਕਿ ਇਹ ਰਾਹ ਅੰਦਰ ਦਾ ਸਾਰਾ ਅਦ੍ਰਿਸ਼ਟ, ਇਹਦੇ ਵਿੱਚ ਦਿਸਣ ਵਾਲਾ ਕੁਝ ਨਹੀਂ। ਭਾਵੇਂ ਕਿ ਕੀ ਹੁੰਦਾ ਹੈ, ਗਲਤੀ ਹੁੰਦੀ ਹੈ ਧਰਮ ਦੇ ਵਿੱਚ ਵੀ। ਸਾਰੇ ਧਰਮ ਜਿੱਥੋਂ ਪੈਦਾ ਹੁੰਦੇ ਨੇ ਉਹ ਅਦ੍ਰਿਸ਼ਟ ਦੁਨੀਆ ਹੈ ਸਾਰੀ। ਬਾਣੀ ਕਿੱਥੋਂ ਆਈ ਹੈ? ਧੁਰ ਕੀ ਬਾਣੀ ਆਈ। ਧੁਰ ਕੀ ਹੈ? ਧੁਰ ਦੀ ਤਸਵੀਰ ਕੀ ਹੈ? ਕੋਈ ਵੀ ਨਹੀਂ ਹੈ। ਧੁਰ ਦਾ ਮੂੰਹ ਨੱਕ ਕੀ ਹੈ? ਕੋਈ ਵੀ ਨਹੀਂ ਉਸਦਾ। ਉਹ ਇੱਕ ਹੋਂਦ ਹੈ, ਉੱਥੋਂ ਬਾਣੀ ਆਈ। ਪਰ ਬਾਣੀ ਸਾਰੀ ਆਈ ਕਹਾਣੀਆਂ ਵਿੱਚ, ਦ੍ਰਿਸ਼ਟਮਾਨ ਵਿੱਚ। ਹੁਣ ਜਦੋਂ ਅਸੀਂ ਉਹਦੀ ਵਿਆਖਿਆ ਕਰਨੇ ਆ, ਉੱਥੋਂ ਦੋ ਰਾਹ ਜਾਂਦੇ ਨੇ। ਗੁਰਬਾਣੀ ਜਿੱਥੇ ਹੈ ਉਹਦੇ ਤੋਂ ਦੋ ਰਸਤੇ ਨਿਕਲਦੇ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਉਦਾਹਰਨ ਦਿੱਤੇ ਗਏ ਸਾਰੇ ਦੇ ਸਾਰੇ ਸੰਸਾਰ ਦੇ। ਸੰਸਾਰੀ ਨੂੰ ਸਮਝਾਉਣਾ ਸੀ, ਵਪਾਰੀ ਨੂੰ ਸਮਝਾਉਣਾ ਸੀ ਵਪਾਰ ਦੀ ਵਿਆਖਿਆ, ਵਿਕਾਰੀ ਨੂੰ ਸਮਝਾਉਣਾ ਸੀ ਵਿਕਾਰ ਦੀ ਵਿਆਖਿਆ, ਕ੍ਰੋਧੀ ਨੂੰ ਸਮਝਾਉਣਾ ਸੀ ਕ੍ਰੋਧ ਦੀ ਵਿਆਖਿਆ, ਲੋਭੀ ਨੂੰ ਸਮਝਾਉਣਾ ਸੀ ਲੋਭ ਦੀ ਵਿਆਖਿਆ, ਹੰਕਾਰੀ ਨੂੰ ਸਮਝਾਉਣਾ ਸੀ ਹੰਕਾਰ ਦੀ ਵਿਆਖਿਆ। ਕਿਸੇ ਨਾਲ ਵੀ ਗੱਲ ਕਰਨੀ ਸੀ ਤੇ ਸਾਰੀ ਵਿਆਖਿਆ ਸੰਸਾਰ ਦੀ ਲੈਣੀ ਪਈ ਗੁਰੂ ਸਾਹਿਬ ਨੂੰ। ਪਰ ਜਿਹੜਾ ਤੱਤ ਆ ਰਿਹਾ ਸੀ ਬਾਣੀ ਦਾ, ਉਹ ਅੰਦਰੋਂ ਅਦ੍ਰਿਸ਼ਟ ਧੁਰ ਦਾ ਸੀ, ਨਾਮ ਵਿੱਚੋਂ ਸੀ। ਹੁਣ ਜਦੋਂ ਅਸੀਂ ਇਹਦੀ ਪੜ੍ਹ ਕੇ ਵਿਆਖਿਆ ਕਰਨੇ ਆ, ਉੱਥੋਂ ਰਸਤੇ ਦੋ ਜਾਂਦੇ ਨੇ। ਗੁਰਬਾਣੀ ਜਿੱਥੇ ਖੜੀ ਹੈ ਉਹਦੇ ਦੋ ਰਸਤੇ ਨੇ। ਜਾਂ ਤੇ ਉਹਦੀ ਵਿਆਖਿਆ ਕਰਕੇ ਤੇ ਉਦਾਹਰਨ ਦੇ ਕੇ ਅੰਦਰ ਨੂੰ ਚਲੇ ਜਾਓ ਜਿੱਥੋਂ ਬਾਣੀ ਪੈਦਾ ਹੋਈ ਹੈ, ਨਾਮ ਵਾਲੇ ਪਾਸੇ, ਜਿਹੜਾ ਠੀਕ ਤਰੀਕਾ ਹੈ ਵੀ ਉਦਾਹਰਨਾਂ ਵਰਤੀਏ, ਸਾਰੀਆਂ ਵਿਆਖਿਆ ਕਰੀਏ, ਪਰ ਮੋੜ ਕੇ ਉਸ ਵਿਆਖਿਆ ਦਾ ਜਿਹੜਾ ਮੂੰਹ ਹੈ ਉਹ ਕਰ ਦਈਏ ਅਦ੍ਰਿਸ਼ਟ ਵੱਲ। ਕਿਉਂਕਿ ਹੈ ਹੀ ਉਹ ਅਦ੍ਰਿਸ਼ਟ, ਅਕਥ ਹੈ। ਅਕਥ ਵੱਲ ਜਾਣਾ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਤੇ ਦੂਜਾ ਜਿਹੜਾ ਰਸਤਾ ਹੈ ਉਹ ਕਿਹੜਾ ਹੈ? ਦੂਜਾ ਰਸਤਾ ਹੈ ਸਾਧ ਸੰਗਤ, ਇਸ ਗੁਰਬਾਣੀ ਦੇ ਵਿੱਚੋਂ ਸੰਸਾਰ ਵੱਲ ਨੂੰ ਨਿਕਲ ਜਾਣਾ। ਗੁਰਬਾਣੀ ਦੀ ਵਿਆਖਿਆ ਕਰਦੇ ਕਰਦੇ ਸੰਸਾਰ ਵੱਲ ਧੱਸ ਜਾਣਾ। ਉਦੋਂ ਗਲਤੀ ਹੋ ਗਈ, ਔਰ ਸਾਰੇ ਧਰਮਾਂ ਵਿੱਚ ਹੁੰਦੀ ਹੈ। ਸਹਿਜੇ ਸਹਿਜੇ ਆਪਣੇ ਧਰਮਾਂ ਦੇ ਵਿਆਖਿਆਕਾਰ ਉਹਨੂੰ ਸੰਸਾਰ ਨਾਲ ਜੋੜ ਦਿੰਦੇ ਨੇ। ਉਹਦਾ ਕਾਰਨ ਸਿਰਫ ਇਹ ਹੈ ਕਿ ਉਦੋਂ ਵਿਅਕਤੀ ਚਾਹੁੰਦਾ ਹੈ ਸੰਸਾਰ ਦੀ ਉਸਤਤ, ਸੰਸਾਰ ਦੀ ਵਡਿਆਈ, ਸੰਸਾਰ ਦਾ ਐਸ਼ਵਰਜ। ਉਹ ਫਿਰ ਕਲਾਕਾਰ ਹੋ ਜਾਂਦਾ ਹੈ। ਉਹ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ। ਉਹ ਇਹ ਵੇਖਦਾ ਝੰਡਾ ਕਿਹਦਾ ਉੱਚਾ ਹੈ, ਉਹਦੇ ਗੁਣ ਗਾਦੇ ਹਾਂ। ਉੱਥੇ ਨੁਕਸ ਪੈ ਗਿਆ, ਧਰਮ ਦੇ ਅਰਥ ਗਲਤ ਹੋ ਗਏ। ਉਹਦਾ ਫਰਜ਼ ਬਣਦਾ ਸੀ ਕਿ ਉਹਨੂੰ ਮੋੜਦਾ ਧੁਰੇ ਵੱਲ ਜਿੱਧਰੋਂ ਆਈ ਸੀ ਬਾਣੀ। ਪਰ ਉਹਨੇ ਵੇਖਿਆ ਇਸ ਵੇਲੇ ਸੰਸਾਰ ਦੇ ਵਿੱਚ ਬਹੁਤੇ ਲੋਕ ਕਿਹੜੀ ਚੀਜ਼ ਨੂੰ ਪਸੰਦ ਕਰਦੇ ਨੇ, ਬਹੁਤੇ ਲੋਕ ਕਿਹਨੂੰ ਸੁਣਦੇ ਨੇ। ਉਹ ਉੱਧਰ ਚਲਾ ਗਿਆ। ਅਣਜਾਣਪੁਣੇ ਵਿੱਚ ਕਹਿ ਲਓ ਜਾਂ ਜਾਣ ਕੇ ਕਹਿ ਲਓ, ਇੱਕ ਬੜਾ ਵੱਡਾ ਅਪਰਾਧ ਹੋਇਆ। ਧਰਮ ਕਲਾਕਾਰੀ ਨਹੀਂ ਹੈ। ਧਰਮ ਇਹ ਵੀ ਫਿਕਰ ਨਹੀਂ ਕਰਦਾ ਕਿ ਕਿੰਨੇ ਲੋਕ ਮੈਨੂੰ ਸੁਣਨਗੇ, ਉਹਨੂੰ ਇਹ ਫਿਕਰ ਨਹੀਂ। ਤਾਂ ਇੱਥੋਂ ਦੋ ਰਸਤੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਕੋਈ ਵੀ ਰਸਤਾ ਅਪਣਾਇਆ ਜਾ ਸਕਦਾ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਨੇ ਕਿ ਇਹ ਦਾਗ ਅੰਦਰ ਨੇ। ਸਾਰੀ ਵਿਆਖਿਆ ਅੰਦਰ ਦੇ ਦਾਗਾਂ ਦੀ ਗੁਰਬਾਣੀ ਵਿੱਚ ਨਿਸ਼ਾਨ ਲੱਗਦੇ ਨੇ। ਜੋ ਕੁਝ ਅਸੀਂ ਕਰਨੇ ਆ, ਅੰਦਰ ਸੂਖਸ਼ਮ ਸੁਰਤ ਦੇ ਵਿੱਚ ਉਹਦੇ ਨਿਸ਼ਾਨ ਬਣਦੇ ਜਾਂਦੇ ਨੇ। ਫਿਰ ਉਹ ਕੰਮ ਸਹਿਜੇ ਸਹਿਜੇ ਗਹਿਰਾ ਹੋ ਜਾਂਦਾ ਹੈ। ਇੱਥੇ ਕੁਝ ਪ੍ਰਗਟ ਨਹੀਂ ਹੁੰਦਾ, ਪਰ ਗੁਰੂ ਸਾਹਿਬ ਨੇ ਕਿਹਾ ਇੱਕ ਥਾਂ ਐਸੀ ਏ ਜਿੱਥੇ ਸਾਰੇ ਦਾਗ ਲੱਗੇ ਹੋਏ ਜੀਵਨ ਦੇ ਕੀਤੇ ਹੋਏ ਕਰਮਾਂ ਦੇ ਖੁੱਲ੍ਹ ਜਾਂਦੇ ਨੇ ਪਰਮਾਤਮਾ ਦੇ ਅੱਗੇ। ਮੌਤ ਕੀ ਹੈ?
ਮਨੁੱਖ ਦੇ ਕੀਤੇ ਹੋਏ ਕਰਮਾਂ ਨੂੰ ਉਜਾਗਰ ਕਰਨ ਵਾਲੀ ਸਥਿਤੀ, ਉਹਨੂੰ ਖੁਦ ਵੀ ਪਤਾ ਲੱਗਦਾ ਹੈ। ਮੌਤ ਦੇ ਅਰਥ ਨੇ ਕਿ ਜੋ ਕੁਝ ਅਸੀਂ ਹੁਣ ਤੱਕ ਕੀਤਾ ਹੈ ਉਹ ਉਜਾਗਰ ਹੋ ਗਿਆ, ਪ੍ਰਗਟ ਹੋ ਗਿਆ। ਰੱਬ ਦੇ ਸਾਹਮਣੇ ਤੇ ਹੋਣਾ ਹੀ ਹੈ, ਮਨੁੱਖ ਦੇ ਆਪਣੇ ਵੀ ਸਾਹਮਣੇ ਹੁੰਦਾ ਹੈ। ਮੌਤ ਦੇ ਨੇੜੇ ਜਾ ਕੇ ਆਦਮੀ ਝੁਕਦਾ ਹੈ ਜੇ ਉਹ ਥੋੜ੍ਹਾ ਜਿਹਾ ਵੀ ਅਵੇਅਰ ਹੋਵੇ, ਨਹੀਂ ਤੇ ਘੱਟੋ ਘੱਟ ਜਦੋਂ ਮੌਤ ਆਉਂਦੀ ਏ 2-4 ਮਿੰਟ ਪਹਿਲਾਂ ਤੇ ਸਾਰੇ ਜਿਹੜੇ ਉਹਨੇ ਕਿਸੇ ਨੂੰ ਦੁੱਖ ਦਿੱਤਾ ਉਹਦੇ ਸਾਰੇ ਅੱਗੋਂ ਦੀ ਗੁਜ਼ਰਦੇ ਨੇ। ਇਹਨੂੰ ਵੀ ਇਹ ਨਹੀਂ ਸੀ ਕਹਿਣਾ, ਇਹਨੂੰ ਵੀ ਇਹ ਨਹੀਂ ਸੀ ਕਰਨਾ, ਉਜਾਗਰ ਹੋ ਗਏ ਪਾਪ ਸਾਰੇ। ਪਰ ਜਦੋਂ ਅੱਗੇ ਗਿਆ, ਗੁਰੂ ਸਾਹਿਬ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ। ਮੂੰਹ ਦੇ ਉੱਤੇ ਦਾਗ ਲੱਗੇ ਸਨ, ਜਿਹੜੇ ਕਰਮ ਜਿਵੇਂ ਦੇ ਸਨ। ਇਹ ਨਹੀਂ ਕਿ ਮਾੜੇ ਹੀ ਸਨ, ਜਿਨ੍ਹਾਂ ਦੇ ਚੰਗੇ ਸਨ ਉਹਨਾਂ ਨੂੰ ਚੰਗੇ ਵੀ ਲੱਗੇ ਸਨ। ਜਿਨ੍ਹਾਂ ਨੇ ਦੋਸ਼ ਕੀਤੇ ਉਹਨਾਂ ਨੂੰ ਦੋਸ਼ ਦੇ ਦਾਗ ਲੱਗੇ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਾਹ ਬੈਸਨ ਨਾਹੀ ਠਾਏ। ਹੁਣ ਦਰਗਾਹ ਵਿੱਚ ਥਾਂ ਨਹੀਂ, ਕਿਉਂਕਿ ਪਹਿਚਾਨਿਆ ਗਿਆ। ਵਿਸ਼ਾ ਆਪਾਂ ਲਿਆ ਸੀ ਕਿ ਅੰਦਰ ਜਿਵੇਂ ਦਾਗ ਲੱਗਦਾ ਪਾਪ ਦਾ, ਇਸ ਤਰ੍ਹਾਂ ਦਾਗ ਲੱਗਦਾ ਨਾਮ ਦਾ। ਇਹ ਅੱਜ ਦਾ ਵਿਸ਼ਾ ਹੈ। ਜਿਵੇਂ ਕੋਲਿਆਂ ਦੀ ਖਾਣ ਵਿੱਚੋਂ ਮਨੁੱਖ ਨਿਕਲੇ, ਦਾਗ ਲੱਗਦਾ ਕੋਲਿਆਂ ਦਾ ਤੇ ਪਹਿਚਾਨਿਆ ਜਾਂਦਾ ਹੈ ਕੋਲੇ ਦਾ ਕੰਮ ਕਰਦਾ ਹੈ। ਜੇ ਕੋਈ ਮਨੁੱਖ ਨਿਕਲੇ ਮਿੱਟੀ ਦਾ ਕੰਮ ਕਰਕੇ, ਲੱਗੀ ਹੋਈ ਮਿੱਟੀ ਖਬਰ ਦੇ ਦਿੰਦੀ ਮਿੱਟੀ ਦਾ ਕੰਮ ਕਰਕੇ ਆਇਆ ਹੈ। ਜੇ ਕੋਈ ਮਨੁੱਖ ਕੱਪੜੇ ਰੰਗਣ ਦਾ ਕੰਮ ਕਰਦਾ ਹੈ ਤੇ ਕੱਪੜੇ ਰੰਗਣ ਦੀਆਂ ਛਿੱਟਾਂ ਉਹਦੇ ਸਰੀਰ ਤੇ ਪੈ ਕੇ ਦੱਸ ਦਿੰਦੀਆਂ ਨੇ ਕਿ ਕੱਪੜੇ ਰੰਗ ਕੇ ਆਇਆ। ਕਰਮ ਦਾਗ ਪਾਉਂਦਾ ਹੈ, ਕਰਮ ਬੰਦੇ ਦੇ ਉੱਤੇ ਪ੍ਰਭਾਵ ਪਾਉਂਦਾ ਹੈ। ਇਹਨਾਂ ਹੀ ਉਦਾਹਰਨਾਂ ਦੇ ਵਿੱਚੋਂ ਮੈਂ ਬੇਨਤੀ ਕਰ ਰਿਹਾ ਸੀ, ਜੇ ਕੋਈ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਦਾ ਨਾਮ ਜਪਦਾ ਹੈ, ਤੇ ਨਾਮ ਦਾ ਵੀ ਅੰਦਰ ਦਾਗ ਪੈ ਜਾਂਦਾ ਹੈ। ਮੱਥੇ ਤੇ ਪੈਂਦਾ ਹੈ, ਜੀਵਨ ਵਿੱਚ ਪੈਂਦਾ ਹੈ। ਫਿਰ ਉਹ ਜਿਹੜਾ ਦਾਗ ਪੈਂਦਾ ਨਾ, ਉਸ ਨੂੰ ਗੁਰਬਾਣੀ ਨੇ ਕਿਹਾ ਨਿਸ਼ਾਨ। ਨਿਸ਼ਾਨ, ਨਿਸ਼ਾਨੀ, ਨਿਸ਼ਾਨ ਸ਼ਬਦ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇੱਕ ਮਨੁੱਖ ਦੇ ਸਰੀਰ ਦੇ ਉੱਤੇ ਆਪਣੇ ਹੱਥਾਂ ਵਿੱਚ ਫੜੀ ਹੋਈ ਇੱਕ ਮੋਹਰ ਦੇ ਨਾਲ ਖਬੋ ਕੇ ਉਹਦੇ ਮਾਸ ਦੇ ਉੱਤੇ ਪੱਟ ਤੇ ਨਿਸ਼ਾਨੀ ਲਾ ਦਿੱਤੀ ਸੀ। ਨਿਸ਼ਾਨ ਕੀ ਹੈ? ਗੱਲ ਮੈਂ ਕਰਨੀ ਹੈ ਸ਼ਰਨ ਕੀ ਹੈ, ਕਿਉਂਕਿ ਅੱਜ ਦਾ ਸ਼ਲੋਕ ਹੈ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਸ਼ਰਨ ਇੱਕ ਅੰਦਰ ਦੀ ਨਿਸ਼ਾਨੀ ਹੈ, ਅੰਦਰ ਦਾ ਦਾਗ ਹੈ, ਜਿੱਥੇ ਆਦਮੀ ਟਿਕਿਆ ਰਹਿੰਦਾ ਹੈ। ਉਹ ਤਾਂ ਬਣਦਾ ਹੈ ਜੇ ਮਨੁੱਖ ਗੁਰੂ ਦੇ ਹੁਕਮ ਵਿੱਚ ਜਪ ਕਰੇ, ਤਪ ਕਰੇ, ਸੇਵਾ ਕਰੇ, ਉਹ ਅੰਦਰ ਬਣ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਵਿੱਚ ਇੱਕ ਮੋਹਰ ਹੈ। ਬੈਠੇ ਨੇ ਦਰਬਾਰ ਵਿੱਚ, ਇੱਕ ਵਿਅਕਤੀ ਆਉਂਦਾ, ਧਨਵਾਨ ਹੈ, ਰਾਜਾ ਹੈ, ਨਾਲ ਉਹਦੇ ਪਰਿਵਾਰ ਹੋਏਗਾ 50 ਸਾਲ ਦੀ ਉਮਰ ਦੇ ਕਰੀਬ। ਤਾਂ ਜਦੋਂ ਆ ਕੇ ਬੈਠਾ, ਸਤਿਗੁਰਾਂ ਨੇ ਹਾਲ ਚਾਲ ਪੁੱਛਿਆ। ਅਸਾਮ ਦੀ ਘਟਨਾ ਹੈ। ਅਸਾਮ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗਏ, ਇਹ ਉੱਥੋਂ ਦੀ ਘਟਨਾ ਹੈ। ਇਹਦਾ ਨਾਮ ਸੀ ਰਾਮ, ਰਾਜਾ ਰਾਮ ਇਸ ਦਾ ਨਾਮ ਸੀ। ਹਜ਼ੂਰ ਨੇ ਸੁਖ ਸਾਂਦ ਪੁੱਛੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ। ਇਹ ਬੈਠਾ ਰਿਹਾ, ਇਹਦੇ ਅੰਦਰ ਇੱਕ ਇੱਛਾ ਸੀ। ਇਹਦੇ ਘਰ ਵਿੱਚ ਔਲਾਦ ਨਹੀਂ, ਨਾ ਪੁੱਤਰ ਹੈ ਨਾ ਪੁੱਤਰੀ ਹੈ, ਕੋਈ ਔਲਾਦ ਨਹੀਂ। ਸਤਿਗੁਰੂ ਉਹਦੇ ਮੱਥੇ ਵੱਲ ਵੇਖਦੇ ਨੇ, ਕਹਿੰਦੇ ਰਾਜਨ ਕਿਵੇਂ ਆਏ ਹੋ? ਚੁੱਪ ਕਰ ਜਾਂਦਾ, ਇੱਕ ਦੋ ਗੱਲਾਂ ਕਰਕੇ, ਅਸਲੀ ਗੱਲ ਨੂੰ ਲੁਕਾਉਂਦਾ, ਝੱਕਦਾ ਹੈ। ਫਿਰ ਨਾਲ ਦੇ ਕਿਸੇ ਵਿਅਕਤੀ ਨੇ ਕਿਹਾ, ਮਹਾਰਾਜ ਇਹ ਰਾਜਾ ਹੈ ਇੱਕ ਰਿਆਸਤ ਦਾ, ਤੇ ਇਹ ਅਸਲੀ ਅਰਦਾਸ ਜਿਹੜੀ ਕਰਨਾ ਚਾਹੁੰਦਾ ਉਹ ਉਹਦੇ ਤੋਂ ਝਿਜਕਦਾ ਹੈ। ਕਹਿੰਦੇ ਦੱਸੋ ਕੀ ਗੱਲ ਹੈ? ਅਰਦਾਸ ਕੀਤੀ, ਘਰ ਵਿੱਚ ਔਲਾਦ ਨਹੀਂ ਹੈ। ਸਤਿਗੁਰੂ ਮਿਹਰ ਦੇ ਘਰ ਵਿੱਚ ਆਏ ਤੇ ਕਿਰਪਾ ਕਰ ਦਿੱਤੀ। ਕਹਿਣ ਲੱਗੇ ਨੇੜੇ ਆਓ। ਇਹਦੀ ਲੱਤ ਦੇ ਉੱਤੇ ਹਜ਼ੂਰ ਨੇ ਇੱਕ ਮੋਹਰ ਖੁਬੋ ਦਿੱਤੀ, ਚੰਗੀ ਜ਼ੋਰ ਲਾ ਕੇ। ਮੋਹਰ ਖੁੱਭ ਗਈ, ਨਿਸ਼ਾਨ ਲੱਗ ਗਿਆ। ਕਹਿਣ ਲੱਗੇ ਰਾਜਨ ਨਿਸ਼ਾਨ ਹੈ। ਬਾਹਰੋਂ ਤੇ ਨਿਸ਼ਾਨ ਲੱਗਾ ਸੀ। ਕਹਿੰਦੇ ਤੇਰੇ ਘਰ ਵਿੱਚ ਪੁੱਤਰ ਜਨਮ ਲਏਗਾ,
ਗੁਰੂ ਨਾਨਕ ਦਾ ਸਿੱਖ ਪ੍ਰਗਟ ਹੋਏਗਾ, ਸਿੱਖੀ ਹੋਵੇਗੀ ਉਹਦੇ ਅੰਦਰ। ਜਿਹੜੇ ਲੋਕ ਕਈ ਇਹ ਵੀ ਕਈ ਕਾਰਨ ਹੁੰਦੇ, ਜਿਹੜੇ ਅਰਦਾਸ ਨਾਲ ਜਨਮ ਲੈਂਦੇ ਨਾ ਬੱਚੇ, ਉਹ ਵਿਸ਼ੇਸ਼ ਹੁੰਦੇ ਨੇ, ਵਿਸ਼ੇਸ਼ਤਾ ਦੁਆਰਾ ਉਹਨਾਂ ਦਾ ਜਨਮ ਹੁੰਦਾ ਹੈ, ਸਿੱਧੇ ਨਹੀਂ। ਉਹਨਾਂ ਨੂੰ ਕਿਸੇ ਢੰਗ ਨਾਲ ਉਤਾਰਿਆ ਜਾਂਦਾ ਇਸ ਧਰਤੀ 'ਤੇ। ਗੁਰੂ ਨਾਨਕ ਦਾ ਸਿੱਖ ਤੇਰੇ ਘਰ ਜਨਮ ਲਏਗਾ, ਨਿਸ਼ਾਨ ਲੱਗ ਗਿਆ। ਪੁੱਤਰ ਦੀ ਦਾਤ ਵੀ ਦਿੱਤੀ ਤੇ ਅੰਦਰੋਂ ਵੀ ਭਰ ਦਿੱਤਾ। ਉਹ ਨਿਸ਼ਾਨੀ ਲੱਗੀ। ਸਾਧ ਸੰਗਤ ਰਾਜਾ ਰਾਮ ਇਹਦਾ ਨਾਮ ਸੀ। ਜਦੋਂ ਬੈਠਦਾ ਧਿਆਨ ਉਸ ਨਿਸ਼ਾਨੀ 'ਤੇ ਚਲਾ ਜਾਂਦਾ ਹੈ, ਜਦੋਂ ਬੈਠਦਾ ਧਿਆਨ ਉਸ ਨਿਸ਼ਾਨੀ 'ਤੇ ਚਲਾ ਜਾਂਦਾ। ਜਦੋਂ ਨਿਸ਼ਾਨੀ 'ਤੇ ਧਿਆਨ ਜਾਂਦਾ ਤੇ ਧਿਆਨ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਵੱਲ। ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਆਉਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ, ਧਾਏ ਸਭ ਥਾਈ ਹੋਏ ਸਹਾਏ। ਇਹ ਕੋਈ ਸਰੀਰ ਦੀ ਯਾਦ ਨਹੀਂ, ਪਰ ਵਜੂਦ ਤੇ ਲਿਆਉਣਾ ਹੀ ਪਏਗਾ ਨਾ ਧਿਆਨ ਵਿੱਚ। ਇਹ ਖਿਆਲ ਰੱਖਣਾ। ਸ਼ਬਦ ਨੂੰ ਗੁਰੂ ਕਿਹਾ, ਪਰ ਕਿਹੜੀਆਂ ਦੇਹਾਂ ਨੇ ਜਿਨ੍ਹਾਂ ਰਾਹੀਂ ਸ਼ਬਦ ਪ੍ਰਗਟ ਹੋਇਆ। ਰਾਜਾ ਰਾਮ ਨੂੰ ਨਿਸ਼ਾਨੀ ਲਾਈ, ਨਿਸ਼ਾਨੀ ਗੁਰੂ ਦੀ ਯਾਦ ਦਿਵਾਉਂਦੀ। ਆ 5 ਨਿਸ਼ਾਨੀਆਂ ਨੇ ਜਿਹੜੀਆਂ ਕਾਹਦੀਆਂ ਨੇ, ਸਾਨੂੰ ਸਤਿਗੁਰਾਂ ਨੇ ਦਿੱਤੀਆਂ। ਨਿਸ਼ਾਨ ਨੇ ਸਿੱਖੀ, 5 ਹਰਫ ਕਾਫ, 5 ਕੱਕੇ ਨੇ, 5 ਕਕਾਰ ਨੇ। ਕਾਹਦੇ ਵਾਸਤੇ ਨੇ? ਇਹ ਇਕੱਲਾ ਭੇਖ ਨਹੀਂ ਹੈ। ਇਹਨਾਂ ਵੱਲ ਵੇਖ ਕੇ ਗੁਰੂ ਦੀ ਯਾਦ ਆਵੇ, ਇਹ ਤਾਂ ਕੰਮ ਕਰਦੀਆਂ ਨੇ। ਜੇ ਯਾਦ ਭੁੱਲ ਗਈ ਫਿਰ ਇਹਨਾਂ ਨੇ ਕੰਮ ਨਹੀਂ ਕਰਨਾ। ਕਿਰਪਾਨ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣ, ਕੜੇ ਵਿੱਚੋਂ ਗੁਰੂ ਦੇ ਦੀਦਾਰ ਹੋਣ, ਇਹ ਸਾਰੀਆਂ ਨਿਸ਼ਾਨੀਆਂ ਨੇ। ਤੇ ਇੱਕ ਨਿਸ਼ਾਨੀ ਤੇ ਸਾਰੇ ਜਗਤ ਤੇ ਲਾਈਏ ਨਾ। ਵੈਸੇ ਖਾਲਸਾ ਜਿਹੜਾ ਧਰਮ ਬਣਿਆ ਹੈ, ਇਹ ਕੁਦਰਤ ਦਾ ਪ੍ਰਗਟ ਕੀਤਾ ਹੋਇਆ ਧਰਮ ਹੈ, ਮਨੁੱਖ ਦਾ ਨਹੀਂ। ਕੇਸ ਜਿਹੜੇ ਨੇ, ਇਹ ਪਰਮਾਤਮਾ ਨੇ ਆਪਣੇ ਸਾਈਨ ਕੀਤੇ ਨੇ ਬੰਦੇ ਦੇ ਮੂੰਹ ਤੇ, ਚਿਹਰੇ ਤੇ, ਸਾਰੇ ਸਰੀਰ ਤੇ ਕੀਤੇ ਨੇ। ਕਿਉਂਕਿ ਬਾਕੀ ਦੇ ਅੰਗ, ਕਈ ਲੋਕ ਕਹਿੰਦੇ ਨੇ ਵੀ ਇਹਨਾਂ ਦੀ ਲੋੜ ਕੀ ਹੈ, ਕੀ ਜ਼ਰੂਰਤ ਇਹਨਾਂ ਕੇਸਾਂ ਦੀ? ਬੜਾ ਵੱਡਾ ਸਵਾਲ ਹੈ। ਉਦਾਹਰਨਾਂ ਇਹ ਵੀ ਦਿੱਤੀਆਂ ਜਾਂਦੀਆਂ ਨੇ ਕਿ ਰਿਸ਼ੀ ਮੁਨੀ ਕਈ ਹੋਏ ਨੇ। ਵੈਸੇ ਬਹੁਤੇ 95% ਰਿਸ਼ੀ ਮੁਨੀ ਕੇਸਾਧਾਰੀ ਹੋਏ ਨੇ ਸਾਰੇ ਧਰਮਾਂ ਦੇ। ਜਿਨ੍ਹਾਂ ਬਾਰੇ ਕਿਹਾ ਗਿਆ ਉਹ ਨਹੀਂ ਸਨ ਰੱਖਦੇ, ਉਹਨਾਂ ਬਾਰੇ ਵੀ ਕੋਈ ਤੱਥ ਨਹੀਂ ਵੀ ਨਹੀਂ ਰੱਖਦੇ ਹੋਣੇ, ਤਸਵੀਰਾਂ ਹੀ ਨੇ ਨਾ। ਤਾਂ ਕੇਸ ਸਾਰਿਆਂ ਹੀ ਮਨੁੱਖਾਂ ਨੂੰ ਦਿੱਤੇ। ਅਸੀਂ ਕਹਿੰਦੇ ਹਾਂ ਕਿਉਂ? ਇਹ ਬੜਾ ਵੱਡਾ ਇੱਕ ਸਵਾਲ ਤਰਕ ਵੀ ਹੈ ਕਿ ਹੱਥ ਤਾਂ ਨੇ ਸਾਡੇ ਆਪਣੀ। ਚਲੋ ਦੂਸਰੇ ਧਰਮ ਵਾਲੇ ਲੋਕ ਕਹਿਣ ਵੱਖਰੀ ਗੱਲ ਹੈ। ਸਿੱਖ ਲੋਕ ਹੀ ਕਹਿ ਦਿੰਦੇ ਨੇ ਇਹਨਾਂ ਦਾ ਕੰਮ ਕੀ ਹੈ? ਕੰਮ ਤਾਂ ਦੱਸੋ ਪਹਿਲਾਂ, ਫਿਰ ਰੱਖ ਵੀ ਲਈਏ। ਉਹ ਕਹਿੰਦੇ ਕੰਮ ਦੱਸੋ ਪਹਿਲਾਂ। ਹੱਥ ਅਸੀਂ ਰੱਖੇ ਨੇ, ਕਹਿੰਦੇ ਕੰਮ ਕਰਦੇ ਨੇ। ਅੱਖਾਂ ਨਾਲ ਵੇਖੀਦਾ, ਨੱਕ ਨਾਲ ਸੁੰਘੀਦਾ, ਮੂੰਹ ਨਾਲ ਖਾਈਦਾ, ਕੰਨ ਸੁਣਦੇ ਨੇ। ਇਹਨਾਂ ਦਾ ਕੀ ਕੰਮ ਹੈ? ਬਾਕੀ ਇੰਦਰੇ ਤੇ ਤਾਂ ਰੱਖੇ ਨੇ, ਇਹਨਾਂ ਦਾ ਕੀ ਕੰਮ ਹੈ? ਮੈਂ ਬੇਨਤੀ ਕਰਾਂ, ਵੈਸੇ ਤੇ ਤਰਕ ਹੈ ਜਿੰਨਾ ਮਰਜ਼ੀ ਕਰ ਲਈਏ। ਕੰਨ ਜਿਹੜੇ ਸੁਣਦੇ ਨੇ, ਜੇ ਉੱਤੋਂ ਵੱਢ ਵੀ ਦਈਏ ਉਤਲਾ ਉਤਲਾ ਹਿੱਸਾ ਸੁਣਨਗੇ, ਫਿਰ ਵੀ ਉੱਤੇ ਸਜਾਵਟ ਲਾਈ ਪਰਮਾਤਮਾ ਨੇ, ਸ਼ੋਅ ਕੀਤਾ ਇੱਥੇ ਕੰਨ ਨੇ। ਕੇਸ ਜਿਹੜੇ ਹਨ, ਇਹਨਾਂ ਦਾ ਵੀ ਇੱਕ ਕੰਮ ਹੈ। ਬਾਕੀ ਦੇ ਅੰਗ ਕੰਮ ਕਰਦੇ ਨੇ। ਕੇਸ ਜਿਹੜੇ ਨੇ, ਪਰਮਾਤਮਾ ਨੇ ਜਦੋਂ ਬੰਦੇ ਦਾ ਸਰੀਰ ਬਣਾ ਦਿੱਤਾ, ਫਿਰ ਇਹਦੇ ਉੱਤੇ ਸ਼ੋਅ ਕੀਤਾ, ਇਸ ਨੂੰ ਸਜਾਇਆ ਹੈ ਕੇਸਾਂ ਦੇ ਨਾਲ, ਤੇ ਨਾਲ ਆਪਣਾ ਲੋਗੋ ਲਾ ਦਿੱਤਾ, ਆਪਣਾ ਸਾਈਨ ਕਰ ਦਿੱਤਾ। ਹਰ ਇੱਕ ਬੰਦਾ ਆਪਣਾ ਲੋਗੋ ਚਾਹੁੰਦਾ ਹੈ ਨਾ। ਹੁਣ ਤੁਸੀਂ ਵੇਖੋਗੇ ਇੱਥੇ ਲੋਗੋ ਲੱਗਾ GETC ਦਾ, ਇਹ ਲੋਗੋ ਹੈ। ਇਹਦਾ ਕੰਮ ਤੇ ਕੋਈ ਨਹੀਂ। ਵੈਸੇ ਕੰਮ ਤਾਂ ਕੈਮਰਾ ਕਰ ਰਿਹਾ ਹੈ, ਕੰਮ ਤਾਂ ਮਾਈਕ ਕਰ ਰਹੇ ਨੇ, ਕੰਮ ਇਹਦਾ ਕੋਈ ਨਹੀਂ। ਇਹ ਕਿਉਂ ਲਿਆਂਦਾ ਵਿੱਚ? ਕਿਉਂ ਬਣਾਇਆ ਗਿਆ? ਕਿਉਂ ਘੜਿਆ ਗਿਆ? ਕਿਉਂਕਿ ਉਹਦੀ ਪਹਿਚਾਣ ਹੈ। ਕੰਮ ਇਹਦਾ ਕੋਈ ਨਹੀਂ ਹੈ। ਕੰਮ ਹੋਰ ਚੀਜ਼ਾਂ ਨੇ ਜਿਹੜੀਆਂ ਕਰ ਰਹੀਆਂ ਨੇ, ਉਹਦਾ ਕੰਮ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਉਸ ਸਾਰੇ ਕੰਮ ਨੂੰ ਇਹ ਕਵਰ ਕਰ ਰਿਹਾ ਹੈ।
ਇਹਦੇ ਤੋਂ ਬਿਨਾਂ ਕੰਮ ਦਾ ਕੋਈ ਪਤਾ ਹੀ ਨਹੀਂ ਲੱਗਦਾ ਕੌਣ ਕਰ ਰਿਹਾ। ਕੇਸ ਲੋਗੋ ਹੈ ਪਰਮਾਤਮਾ ਦਾ, ਉਹਨੇ ਸਾਰੇ ਮਨੁੱਖਾਂ ਦੇ ਉੱਤੇ ਲਾਇਆ ਕਿ ਮੇਰੇ ਨੇ, ਮੈਂ ਇਹਨਾਂ ਨੂੰ ਬਣਾਇਆ ਹੈ। ਇਹ ਉਹਦੇ ਸਾਈਨ ਨੇ, ਉਹਨੇ ਆਪਣੇ ਹਸਤਾਖਰ ਕੀਤੇ ਨੇ। ਔਰ ਇੱਕ ਇਹ ਵੀ ਖਿਆਲ ਰੱਖਣਾ, ਬੰਦਾ 1 ਮਹੀਨੇ ਬਾਅਦ ਜਾਂਦਾ ਹੈ ਉਸ ਤਰ੍ਹਾਂ ਲੈ ਕੇ ਕਹਿੰਦਾ ਵੀ ਮੈਂ ਉਹਦੇ ਸਾਈਨ ਮਿਟਾ ਦਿਆਂ, ਉਹ ਫਿਰ ਪ੍ਰਗਟ ਹੋ ਜਾਂਦੇ ਨੇ। ਫਿਰ ਉਹਨੂੰ ਕਹਿੰਦੇ ਵੀ ਨਹੀਂ, ਮੈਂ ਤੈਨੂੰ ਬਣਾਇਆ ਸਾਈਨ। ਫਿਰ ਕਿਉਂਕਿ ਪਰਮਾਤਮਾ ਆਪ ਵੀ ਅਮਿਟ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਦੇ ਸਾਈਨ ਵੀ ਅਮਿਟ ਨੇ। ਜਿੰਨਾ ਚਿਰ ਸਰੀਰ ਰਹੇਗਾ ਨਹੀਂ ਮਿਟਣਗੇ, ਬਿਲਕੁਲ ਆਉਂਦੇ ਰਹਿਣਗੇ। ਜਿੰਨੇ ਮਰਜ਼ੀ ਕੱਟੋ ਫਿਰ ਪੈਦਾ ਕਰ ਦੇਗਾ, ਫਿਰ ਖਬਰ ਦੇਗਾ ਕਿ ਮੈਂ ਤੁਹਾਨੂੰ ਬਣਾਇਆ ਹੈ। ਹੁਣ ਤਾਂ ਇੱਥੋਂ ਤੱਕ ਵੀ ਖੋਜ ਚਲੀ ਗਈ ਹੈ, ਕੇਸਾਂ ਬਾਰੇ ਅਮਰੀਕਾ ਦੇ ਵਿੱਚ ਇਹ ਖੋਜ ਹੋਈ ਹੈ, ਹੋਰ ਪ੍ਰਗਟ ਹੋ ਜਾਏਗੀ, ਸਾਹਮਣੇ ਆ ਜਾਏਗੀ। ਇਹ ਇੱਕ ਸ਼ੁਰੂਆਤ ਹੋ ਗਈ ਹੈ ਕਿ ਮੈਡੀਕਲ ਕੇਸਾਂ ਨੂੰ ਜ਼ਰੂਰੀ ਕਹਿਣਾ ਸ਼ੁਰੂ ਕਰ ਦੇਗਾ। ਮੈਡੀਕਲ ਸਾਇੰਸ ਜਿਹੜੀ ਮੰਨਣਗੇ ਉਹ। ਮੈਂ ਕਿਤੋਂ ਸੁਣਿਆ ਹੋਰ ਉਹਦੇ ਉੱਤੇ ਖੋਜ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਰੋਗ ਐਸੇ ਪੈਦਾ ਹੋਣਗੇ ਇਸ ਧਰਤੀ 'ਤੇ, ਉਹਨਾਂ ਦੀ ਦਵਾਈ ਤਾਂ ਕੰਮ ਕਰੇਗੀ, ਡਾਕਟਰ ਕਹੇਗਾ ਪਹਿਲਾਂ ਕੇਸ ਰੱਖੋ, ਨਹੀਂ ਤਾਂ ਇਸ ਦਵਾਈ ਨੇ ਕੰਮ ਨਹੀਂ ਕਰਨਾ। ਉਹਨਾਂ ਦੀ ਦਵਾਈ ਲੱਗੇਗੀ ਨਹੀਂ। ਪਰਹੇਜ਼ ਨਾਲ ਇਹ ਹੋਵੇਗਾ ਸਾਇੰਸ ਦਾ ਕਿ ਕੇਸ ਰੱਖਣੇ ਪੈਣਗੇ ਤੁਹਾਨੂੰ, ਤਾਂ ਇਹ ਦਵਾਈ ਕੰਮ ਕਰੇਗੀ। ਉਸ ਦਿਨ ਅਸੀਂ ਕਹਾਂਗੇ ਵੀ ਗੁਰੂ ਗੋਬਿੰਦ ਸਿੰਘ ਬੜੇ ਵੱਡੇ ਵਿਗਿਆਨਕ ਸਨ। ਕਿਉਂਕਿ ਸਾਨੂੰ ਗੁਰੂ 'ਤੇ ਭਰੋਸਾ ਘੱਟ ਹੈ, ਵਿਗਿਆਨਕਾਂ 'ਤੇ ਜ਼ਿਆਦਾ ਹੈ। ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਇਸ ਚੀਜ਼ ਨੂੰ ਸਿੱਧ ਹੁੰਦਿਆਂ ਅਜੇ ਵੀ 100 ਸਾਲ ਲੱਗ ਸਕਦਾ ਹੈ, 50 ਲੱਗ ਸਕਦੇ ਨੇ। ਇਸ ਲਈ ਆਉਣ ਵਾਲੇ ਸਮੇਂ ਵਿੱਚ ਵੈਸੇ ਧਰਮ ਵਿਗਿਆਨਕ ਨਹੀਂ ਹੁੰਦਾ, ਸਭ ਤੋਂ ਵੱਡਾ ਵਿਗਿਆਨ ਹੋਵੇਗਾ ਇਸ ਧਰਤੀ ਦਾ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਆਰਾ ਦਿੱਤੀਆਂ ਹੋਈਆਂ ਰਹਿਤਾਂ ਵਿਗਿਆਨਕ ਹੋ ਜਾਣਗੀਆਂ। ਬਿਲਕੁਲ 3 ਤੇ ਪ੍ਰਮਾਣਿਤ ਹੋ ਚੁੱਕੀਆਂ ਨੇ, 4 ਬਜਰਕ ਰਹਿਤਾਂ ਵਿੱਚ। ਤੰਬਾਕੂ ਵੀ ਹੋ ਚੁੱਕਾ ਹੈ, ਮਾਸ ਦੇ ਸੰਬੰਧ ਵਿੱਚ ਵੀ ਖੋਜ ਹੋ ਚੁੱਕੀ ਹੈ। ਔਰ ਜਿਹੜਾ ਇਹ ਪਰਤਨਗਾਮੀ, ਇਹ ਵੀ ਖੋਜ ਹੋ ਚੁੱਕਾ ਹੈ, ਏਡਜ਼ ਦੀ ਬਿਮਾਰੀ ਹੈ। ਤਾਂ ਕੇਸ ਵੀ ਪ੍ਰਮਾਣਿਤ ਹੋ ਜਾਣਗੇ। ਸੰਸਾਰ ਨੂੰ ਮੰਨਣਾ ਹੀ ਪਏਗਾ ਕਿ ਇਹ ਧਰਮ ਬਿਲਕੁਲ ਕੁਦਰਤੀ ਹੈ, ਨੇਚਰਲੀ ਹੈ, ਨਵਾਂ ਹੈ ਔਰ ਸਦੀਵ ਕਾਲ ਹੈ। ਪਰਮਾਤਮਾ ਨੇ ਇਸੇ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਤਾਂ ਇਹ ਨਿਸ਼ਾਨੀ ਤੋਂ ਯਾਦ ਆਉਂਦਾ, ਗੁਰੂ ਦੀ ਯਾਦ ਆਉਂਦੀ ਹੈ। ਸਿੱਖ ਵੱਲ ਵੇਖੀਏ ਤੇ ਗੁਰੂ ਦੀ ਯਾਦ ਆਵੇ ਜਾਂ ਪਰਮਾਤਮਾ ਦੀ ਯਾਦ ਆਵੇ। ਤਾਂ ਇਸ ਤਰ੍ਹਾਂ ਇਹ ਨਿਸ਼ਾਨੀ ਲਾਈ ਗੁਰੂ ਤੇਗ ਬਹਾਦਰ ਸਾਹਿਬ ਨੇ। ਹੁਣ ਉਹ ਰਾਜਾ ਰਾਮ ਜਦੋਂ ਬੈਠਦਾ ਹੈ, ਧਿਆਨ ਨਿਸ਼ਾਨੀ 'ਤੇ ਜਾਂਦਾ ਅਤੇ ਅੰਦਰ ਟਿਕ ਜਾਂਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ। ਫਿਰ ਬਾਅਦ ਵਿੱਚ ਇਹਦੇ ਘਰ ਪੁੱਤਰ ਨੇ ਜਨਮ ਲਿਆ। ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਪਟਨਾ ਸਾਹਿਬ ਵਿੱਚ, ਅਤੇ ਇਹਦਾ ਪੁੱਤਰ ਸੀ ਰਤਨ ਰਾਏ, ਉਹਦਾ ਨਾਮ ਰੱਖਿਆ ਰਤਨ ਰਾਏ। ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਸਨ, ਜਦੋਂ ਨਿਸ਼ਾਨੀ ਲਾਈ ਸੀ ਮੋਹਰ ਦੀ, ਕਿਹਾ ਸੀ ਕਿ ਰਾਜਨ ਤੇਰੇ ਘਰ ਜੋ ਪੁੱਤਰ ਹੋਵੇਗਾ ਉਹਦੇ ਮੱਥੇ 'ਤੇ ਇਹ ਨਿਸ਼ਾਨੀ ਲੱਗੀ ਹੋਵੇਗੀ ਜਿਹੜੀ ਤੇਰੇ ਪੱਟ 'ਤੇ ਲੱਤ 'ਤੇ ਅਸੀਂ ਲਾਈ ਹੈ। ਪੁੱਤਰ ਦਾ ਜਨਮ ਹੋਇਆ, ਵਾਕਈ ਮਸਤਕ 'ਤੇ ਨਿਸ਼ਾਨੀ ਸੀ। ਸਮਾਂ ਗੁਜ਼ਰਿਆ, ਇਹ ਰਾਜਾ ਰਾਮ ਸੀ ਜਿਹੜਾ ਚੜ੍ਹਾਈ ਕਰ ਗਿਆ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਰਾਜਾ ਰਤਨ ਰਾਏ 20 ਸਾਲ ਦਾ ਹੋਇਆ, ਉਹਦੀ ਮਾਂ ਸੀ ਬਜ਼ੁਰਗ, ਉਹਨੂੰ ਵੀ ਭੁੱਲ ਗਿਆ ਵੀ ਇਹ ਗੁਰੂ ਨੇ ਦਿੱਤਾ ਸੀ, ਨਿਸ਼ਾਨੀ ਲਾਈ ਸੀ, ਯਾਦ ਨਿਕਲ ਗਈ। ਜਿਨ੍ਹੇ ਮੰਗਿਆ ਸੀ ਉਹ ਚਲਾ ਗਿਆ, ਜਿਨ੍ਹੇ ਦਿੱਤਾ ਸੀ ਉਹਨਾਂ ਦੀ ਸ਼ਹਾਦਤ ਹੋ ਗਈ। ਜਦੋਂ 20 ਸਾਲ ਦਾ ਰਤਨ ਰਾਏ ਹੋਇਆ ਨਾ, ਇੱਕ ਦਿਨ ਪੱਗ ਬੰਨ੍ਹਦਾ ਤੇ ਸ਼ੀਸ਼ੇ ਵਿੱਚ ਧਿਆਨ ਗਿਆ, ਮਸਤਕ 'ਤੇ ਉਹ ਨਿਸ਼ਾਨੀ ਮੋਹਰ ਹੈ, ਦਾਗ ਲੱਗਾ ਹੋਇਆ। ਜਦੋਂ ਦਾਗ ਵੇਖਿਆ, ਮਾਂ ਨੂੰ ਪੁੱਛਦਾ, ਮਾਂ ਮੱਥੇ 'ਤੇ ਦਾਗ ਹੈ, ਕੀ ਗੱਲ, ਕਿਤੇ ਚੋਟ ਲੱਗੀ ਸੀ? ਮਾਂ ਨੂੰ ਚੇਤਾ ਆ ਗਿਆ, ਕਿਉਂਕਿ ਬੰਦੇ ਦਾ ਮਨ ਸੱਚ ਹੈ ਸਾਧ ਸੰਗਤ, ਲੈਣ ਲੱਗਿਆਂ ਹੋਰ ਹੁੰਦਾ ਹੈ, ਪ੍ਰਾਪਤ ਕਰਨ ਤੋਂ ਬਾਅਦ ਬੜੀ ਜਲਦੀ ਚੇਂਜ ਹੁੰਦਾ। ਕੁਦਰਤੀ ਹੈ ਇਹਦਾ ਮਨ, ਥੋੜ੍ਹੇ ਚਿਰ ਬਾਅਦ ਬਦਲ ਜਾਏਗਾ। ਜਿੰਨਾ ਚਿਰ ਨਹੀਂ, ਉਨਾ ਚਿਰ ਸਥਿਤੀ ਹੋਰ ਰਹੇਗੀ। ਜਦੋਂ ਮਿਲਦਾ ਇਹਦਾ ਸੁਭਾਅ ਹੈ, ਉਹ ਸਮਝਦਾ ਮੇਰੇ ਕਰਕੇ ਮਿਲਿਆ ਹੈ, ਜਦੋਂ ਨਹੀਂ ਸੀ ਉਦੋਂ ਮੰਗਦਾ ਹੈ।
ਇਹਨੂੰ ਚੇਤੇ ਵਿੱਚੋਂ ਨਿਕਲ ਗਿਆ। ਜਦੋਂ ਪੁੱਤਰ ਨੇ ਪੁੱਛਿਆ ਨਿਸ਼ਾਨੀ ਕਾਹਦੀ, ਯਾਦ ਆ ਗਈ, ਅੰਦਰੋਂ ਯਾਦ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿਸ਼ਾਨੀ ਸੀ। ਜਦੋਂ ਯਾਦ ਆਈ, ਅੱਜ ਲੋਕ ਕਹਿੰਦੇ ਨੇ, ਅਸੀਂ ਸਾਡੇ ਵਿੱਚ ਸਿੱਖ ਲੋਕ ਕੀ ਕਹਿ ਰਹੇ ਨੇ, ਕੇਸ ਰੱਖਣ ਤੋਂ ਬਿਨਾਂ ਹੀ ਅਸੀਂ ਸਹਿਜਧਾਰੀ ਸਿੱਖ ਬਣ ਗਏ। ਉਹ ਵੀ ਕੋਈ ਸਿੱਖ ਹੁੰਦਾ ਹੈ? ਸਹਿਜਧਾਰੀ ਕੌਣ ਸਿੱਖ ਹੁੰਦਾ ਹੈ? ਉਹ ਕਹਿੰਦੇ ਨੇ ਕੇਸ ਨਹੀਂ ਰੱਖੇ ਤਾਂ ਕੀ ਹੋਇਆ, ਸਿੱਖ ਤਾਂ ਹਾਂ। ਇਹ ਪਤਿਤ ਸਿੱਖ ਹੈ, ਇਹ ਤੁਲਨਾ ਦਿੱਤੀ ਜਾ ਸਕਦੀ ਹੈ। ਕੇਸ ਹੋਣ ਤੇ ਯਾਦ ਬਣੀ ਰਹੇ 10 ਪਾਤਸ਼ਾਹੀਆਂ ਦੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ। ਕੇਸ ਹੀ ਚਲੇ ਗਏ, ਸਰੂਪ ਹੀ ਚਲਾ ਗਿਆ, ਤੇ ਕਿੱਥੋਂ ਰਹੇਗੀ ਨਿਸ਼ਾਨੀ? ਜੇ ਗੁਰੂ ਤੇਗ ਬਹਾਦਰ ਸਾਹਿਬ ਨਿਸ਼ਾਨੀ ਨਾ ਲਾਉਂਦੇ, ਰਾਮ ਰਾਏ ਨੂੰ, ਰਤਨ ਰਾਏ ਨੂੰ ਕਦੀ ਨਹੀਂ ਸੀ ਯਾਦ ਆਉਣਾ, ਨਾ ਉਹਨੇ ਪੁੱਛਣਾ ਸੀ। ਨਿਸ਼ਾਨੀ ਕਰਕੇ ਪੁੱਛਿਆ, ਬਾਹਰੋਂ ਨਿਸ਼ਾਨੀ ਲੱਗੀ, ਉਹਦੇ ਕਰਕੇ ਪੁੱਛਿਆ। ਪੁੱਛ ਲਿਆ ਇਹ ਕੀ ਹੈ? ਮਾਂ ਨੇ ਕਿਹਾ ਬੇਟਾ ਇਹ ਸੱਟ ਨਹੀਂ ਲੱਗੀ, ਇਹ ਸੰਸਾਰ ਦੀ ਨਿਸ਼ਾਨੀ ਨਹੀਂ, ਇਹ ਗੁਰੂ ਨਾਨਕ ਦੇ ਘਰ ਦੀ ਨਿਸ਼ਾਨੀ ਤੇਰੇ ਮੱਥੇ ਤੇ ਲੱਗੀ, ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥਾਂ ਦਾ ਛੋਹ ਲੱਗੀ ਹੈ ਤੈਨੂੰ। ਜਦੋਂ ਇਹ ਖਬਰ ਸੁਣੀ ਹੈਰਾਨ ਹੋ ਗਿਆ। ਸਿੱਖੀ ਤੇ ਅੰਦਰ ਹੈ ਹੀ ਸੀ, ਪਿੱਛੋਂ ਕਿਤੇ ਆਇਆ ਸੀ, ਸ਼ੌਂਕ ਫੁੱਟ ਪਿਆ ਅੰਦਰੋਂ। ਕਹਿੰਦੇ ਕਿੱਥੇ ਨੇ ਹੁਣ? ਮਾਂ ਨੇ ਕਿਹਾ ਬੇਟਾ ਉਹ ਤੇ ਸ਼ਹੀਦ ਹੋ ਗਏ, ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਥਾਂ ਤੇ। ਕਿੱਥੇ ਰਹਿੰਦੇ ਨੇ? ਅਨੰਦਪੁਰ ਸਾਹਿਬ, ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਫਿਰ ਇਹਨੇ ਪਿਆਰ ਨਾਲ ਆਪਣੀ ਰਿਆਸਤ ਵਿੱਚੋਂ, ਅਸਾਮ ਦੇ ਵਿੱਚੋਂ ਪ੍ਰਸ਼ਾਦੀ ਹਾਥੀ ਲੱਭਿਆ, 5 ਕਲਾ ਸ਼ਸਤਰ, ਚੰਦਨ ਦੀ ਚੌਂਕੀ, ਇਹ ਸਾਰੀਆਂ ਚੀਜ਼ਾਂ ਲੈ ਕੇ ਅਨੰਦਪੁਰ ਸਾਹਿਬ ਗਿਆ। ਗੁਰੂ ਸਾਹਿਬ ਬੈਠੇ ਸਨ, ਭੇਟ ਕੀਤੀ, ਸਤਿਗੁਰਾਂ ਨੇ ਸੁਖ ਸਾਂਦ ਪੁੱਛੀ, ਫਿਰ ਬਚਨ ਕੀਤੇ, ਸਾਰੀ ਗੱਲ ਸੁਣੀ। ਕਹਿੰਦੇ ਰਤਨ ਰਾਏ ਛੋਟੀ ਜਿਹੀ ਨਿਸ਼ਾਨੀ ਸੀ ਤੇਰੇ ਮੱਥੇ ਤੇ, ਜੇ ਨਾ ਹੁੰਦੀ ਤੂੰ ਮੇਰੇ ਕੋਲ ਨਹੀਂ ਸੀ ਆਉਂਦਾ, ਭੁੱਲ ਜਾਣਾ ਸੀ। ਛੋਟੀ ਜਿਹੀ ਨਿਸ਼ਾਨੀ ਕਰਕੇ ਤੂੰ ਮੇਰੇ ਕੋਲ ਆ ਗਿਆ। ਮੈਂ ਆਪਣੇ ਖਾਲਸੇ ਦੇ ਉੱਤੇ ਐਸੀ ਨਿਸ਼ਾਨੀ ਲਾ ਦਿੱਤੀ ਕੇਸਾਂ ਦੀ, ਜਿੱਥੇ ਮਰਜ਼ੀ ਚਲੇ ਜਾਣਗੇ, ਅੰਦਰੋਂ ਬਿਲਕੁਲ ਹੀ ਨਾ ਕਿਤੇ ਜ਼ਮੀਰ ਮਰ ਜਾਏ। ਜੇ ਥੋੜ੍ਹੀ ਜਿਹੀ ਵੀ 1% ਵੀ ਜਿਉਂਦੀ ਹੋਈ ਤੇ ਸਿੱਖ ਨੂੰ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਨਹੀਂ ਭੁੱਲੇਗਾ। ਪੱਕੀ ਨਿਸ਼ਾਨੀ ਲਾ ਦਿੱਤੀ ਕੇਸਾਂ ਦੀ। ਇਸ ਲਈ ਕਹਿੰਦੇ ਕੇਸ ਗੁਰੂ ਕੀ ਮੋਹਰ ਹੈ। ਮੋਹਰ ਦਾ ਮਤਲਬ ਗੁਰੂ ਨੇ ਉੱਤੇ ਮੋਹਰ ਲਾ ਦਿੱਤੀ। ਜਿਸ ਸਰਟੀਫਿਕੇਟ ਦੇ ਉੱਤੇ ਜਿਹੜੀ ਸੰਸਥਾ ਮੋਹਰ ਲਾ ਦਿੰਦੀ, ਉਹ ਸਰਟੀਫਿਕੇਟ ਉਹਦਾ ਹੀ ਹੁੰਦਾ ਹੈ, ਉਹ ਪ੍ਰਮਾਣ ਪੱਤਰ ਉਹਦਾ ਹੁੰਦਾ ਹੈ। ਗੁਰੂ ਨੇ ਮੋਹਰ ਲਾਈ ਹੈ। ਔਰ ਮੈਂ ਵੀ ਬੇਨਤੀ ਕਰਦਿਆਂ, ਕੋਈ ਬੱਚਾ ਕਿਸੇ ਡਿਗਰੀ ਨੂੰ ਪ੍ਰਾਪਤ ਕਰ ਜਾਏ, ਪੜ੍ਹ ਕੇ ਵਿੱਦਿਆ ਵਿੱਚ ਨਿਪੁੰਨ ਹੋ ਜਾਏ, 100% ਨੰਬਰ ਲੈ ਜਾਏ, ਸਰਟੀਫਿਕੇਟ ਵੀ ਬਣ ਜਾਏ, ਉਹਦਾ ਨੰਬਰ ਵੀ ਪੂਰੇ ਲੱਗੇ ਹੋਣ, ਪ੍ਰਮਾਣ ਪੱਤਰ ਵੀ ਮਿਲ ਜਾਏ ਵਿਦਿਆਲੇ ਵੱਲੋਂ, ਸਾਰਾ ਸਰਟੀਫਿਕੇਟ ਤਿਆਰ ਹੋਵੇ, ਉਹਦੇ ਉੱਤੇ ਪ੍ਰਿੰਸੀਪਲ ਦੇ ਸਾਈਨ ਨਾ ਹੋਣ ਤੇ ਉਸ ਕਾਲਜ ਦੀ, ਉਸ ਯੂਨੀਵਰਸਿਟੀ ਦੀ ਮੋਹਰ ਨਾ ਲੱਗੀ ਹੋਵੇ, ਉਸ ਸਰਟੀਫਿਕੇਟ ਨੂੰ ਉਹ ਬੱਚਾ ਲੈ ਕੇ ਜਾਏ, ਉਹ ਵੇਖਣਗੇ ਬਾਕੀ ਸਾਰਾ ਠੀਕ ਹੈ, ਸਾਈਨ ਹੀ ਕੋਈ ਨਹੀਂ, ਮੋਹਰ ਕੋਈ ਨਹੀਂ, ਚਲੇ ਜਾਓ, ਕੋਈ ਪ੍ਰਮਾਣਤਾ ਨਹੀਂ ਹੈ, ਇੱਥੇ ਨਹੀਂ ਥਾਂ ਮਿਲੇਗੀ, ਇੱਥੇ ਨਹੀਂ ਨੌਕਰੀ ਮਿਲੇਗੀ। ਮੈਂ ਇਸੇ ਤਰ੍ਹਾਂ ਬੇਨਤੀ ਕਰਾਂ, ਸਿੱਖ ਪਾਠ ਵੀ ਕਰਦਾ ਹੋਵੇ, ਸਾਰਾ ਕੁਝ ਕਰਦਾ ਹੋਵੇ, ਸਭ ਕੁਝ ਕਰੇ, 1 ਤੋਂ ਲੈ ਕੇ 100 ਤੱਕ ਸਾਰਾ ਕੁਝ ਕਰੇ, ਜੇ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮੋਹਰ ਨਾ ਲੱਗੀ ਹੋਈ ਕੇਸਾਂ ਦੀ, ਗੁਰੂ ਨੇ ਪ੍ਰਵਾਨ ਨਹੀਂ ਕਰਨਾ, ਪਰਮਾਤਮਾ ਨੇ ਪ੍ਰਵਾਨ ਨਹੀਂ। ਹੈ ਸਾਰਾ ਕੁਝ, ਪੜ੍ਹਾਈ ਤੇ ਉਹਦੇ ਕੋਲ ਸਾਰੀ ਹੈ, ਕੀ ਪਤਾ ਦੂਜਿਆਂ ਤੋਂ ਵੀ ਜ਼ਿਆਦਾ ਹੋਵੇ। ਅਸੀਂ ਕਈ ਵਾਰੀ ਕਹਿੰਦੇ ਆ ਨਾ, ਜੇ ਨਹੀਂ ਅਸੀਂ ਕੇਸ ਰੱਖੇ, ਨਹੀਂ ਅਸੀਂ ਅੰਮ੍ਰਿਤ ਛਕਿਆ, ਤੇ ਅਸੀਂ ਤੇ ਅੰਮ੍ਰਿਤ ਛਕੇ ਵਾਲਿਆਂ ਨਾਲੋਂ ਵੀ ਚੰਗੇ ਹਾਂ। ਹੋ ਸਕਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵਿੱਦਿਆ ਤੇ ਬਾਹਰ ਪ੍ਰਾਈਵੇਟ ਬੰਦਾ ਪੜ੍ਹਦਾ, ਉਹਦੇ ਕੋਲ ਵੀ ਤੇ ਹੋ ਸਕਦੀ ਹੈ, ਨੌਲੇਜ ਤੇ ਉਹਦੀ ਵੀ ਜ਼ਿਆਦਾ ਹੋ ਸਕਦੀ, ਜਿਹਨੇ ਕਦੀ ਸਕੂਲ ਦਾ ਦਰਵਾਜ਼ਾ ਵੀ ਨਹੀਂ ਲੰਘਿਆ, ਪਰ ਉਹਨੂੰ ਮਾਨਤਾ ਨਹੀਂ ਮਿਲੇਗੀ ਜਿੰਨਾ ਚਿਰ ਉਹ ਸਿਸਟਮ ਦੇ ਰਾਹੀਂ ਅੰਦਰੋਂ ਦੀ ਨਹੀਂ ਨਿਕਲਿਆ। ਇਸ ਕਰਕੇ ਸਤਿਗੁਰੂ ਨੇ ਨਿਸ਼ਾਨ ਲਾਇਆ ਸਿੱਖ ਤੇ। ਮੈਂ ਇਹਦੇ ਉੱਤੇ ਬੇਨਤੀ ਕਰ ਰਿਹਾ ਸੀ, ਨਿਸ਼ਾਨ ਲੱਗਦਾ ਗੁਰੂ ਦਾ ਅੰਦਰ ਜਪਣ ਦੇ ਨਾਲ। ਤੇਰੇ ਹੁਕਮ ਪਵੈ ਨਿਸ਼ਾਨ, ਤਉ ਕਰੋ ਸਾਹਿਬ ਕੀ ਸੇਵਾ,
ਗੁਰਸਿੱਖ ਜਦੋਂ ਜਪ ਕਰਦਾ ਹੈ, ਬਾਣੀ ਨੂੰ ਜਪਦਾ ਜਾਂਦਾ ਹੈ, ਨਾਮ ਜਪਦਾ ਜਾਂਦਾ ਹੈ, ਜਪ ਸਹਿਜੇ ਸਹਿਜੇ ਉਹਦੀ ਸੁਰਤ ਵਿੱਚ ਇੱਕ ਨਿਸ਼ਾਨ ਪਾਉਂਦਾ ਹੈ, ਚੋਟ ਮਾਰਦਾ ਹੈ। ਉਸ ਨਿਸ਼ਾਨ ਦੀ ਫਿਰ ਕਹਿੰਦੇ ਅੰਦਰ ਥੋੜ੍ਹੀ ਥੋੜ੍ਹੀ ਦਰਦ ਵੀ ਗੁਰਬਾਣੀ ਵਿੱਚ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਦੋਂ ਉਹਨਾਂ ਦੇ ਮਾਤਾ ਨੇ ਪੁੱਛਿਆ ਨਾ, ਕਿਉਂ ਬੈਠੇ ਰਹਿੰਦੇ ਹੋ, ਕਿਉਂ ਬੈਠੇ ਰਹਿੰਦੇ ਹੋ, ਪਹਿਲੇ ਸਾਲ ਕੁਝ ਬੈਠੇ ਰਹੇ ਘਰ ਵਿੱਚ, ਕਹਿੰਦੇ ਦਰਦ ਹੁੰਦੀ ਅੰਦਰ, ਥੋੜ੍ਹੀ ਜਿਹੀ ਦਰਦ, ਕਿਤੇ ਕਹਿ ਬੈਠੇ ਤੇ ਹਕੀਮ ਆ ਗਿਆ, ਵੈਦ ਆ ਗਿਆ। ਬਈ ਨਾਨਕ ਸ਼ਬਦ ਵਰਤਦੇ ਸਨ ਉਦੋਂ, ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਸੀ ਕਿਤੇ ਥੋੜ੍ਹੀ ਜਿਹੀ ਦਰਦ ਹੈ। ਉਹਨੇ ਆ ਕੇ ਬਾਂਹ ਫੜ ਲਈ, ਵੈਦ ਬੁਲਾਇਆ, ਵੈਦਗੀ ਪਕੜ ਢੰਡੋਲੇ ਬਾਂਹ, ਪੁੱਛਿਆ ਕਿੱਥੇ ਕਰਕੇ ਹੁੰਦੀ ਹੈ, ਦੱਸੋ ਦਵਾਈ ਦਈਏ। ਸਤਿਗੁਰੂ ਥੋੜ੍ਹੇ ਜਿਹਾ ਮੁਸਕਾਏ, ਹੱਸੇ, ਕਹਿਣ ਲੱਗੇ ਵੈਦ ਜੀ ਤੁਹਾਡੇ ਵੱਸ ਦਾ ਕੰਮ ਨਹੀਂ, ਜਿੱਥੇ ਦਰਦ ਹੁੰਦੀ ਉੱਥੇ ਤੁਹਾਡੀ ਦਵਾਈ ਨਹੀਂ ਜਾਂਦੀ, ਦਰਦ ਹੁੰਦੀ ਅੰਦਰ। ਉਹਨਾਂ ਨੇ ਕਿਹਾ ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹੇ, ਉੱਥੇ ਵਾਕਈ ਸਰੀਰ ਵਿੱਚ ਦਰਦ ਹੈ। ਕਾਹਦੀ ਦਰਦ? ਪਰਮਾਤਮਾ ਦੀ ਯਾਦ ਦੀ ਚੋਟ ਲੱਗ ਲੱਗ ਕੇ ਅੰਦਰ ਥਾਂ ਬਣ ਗਈ ਹੈ। ਹੁਣ ਉੱਥੇ ਦਰਦ ਹੁੰਦੀ ਹੈ। ਹੁਣ ਉਸ ਬੰਦੇ ਨੂੰ ਕਿਤੇ ਧਿਆਨ ਨਹੀਂ ਲਾਉਣਾ ਪੈਂਦਾ, ਕਿਉਂਕਿ ਦਰਦ ਕਿਤੇ ਵੀ ਹੋਵੇ ਸਰੀਰ ਵਿੱਚ ਧਿਆਨ ਖਿੱਚ ਲੈਂਦੀ ਆਪਣਾ। ਪੈਰ ਵਿੱਚ ਹੋਵੇ, ਹੱਥ ਵਿੱਚ ਹੋਵੇ, ਦਰਦ ਦਾ ਕਦੀ ਧਿਆਨ ਥੋੜ੍ਹੀ ਕਰਨਾ ਪੈਂਦਾ ਹੈ। ਦਰਦ ਧਿਆਨ ਖਿੱਚ ਲੈਂਦੀ ਏ, ਛੱਡਦੀ ਨਹੀਂ। ਸਤਿਗੁਰਾਂ ਨੇ ਕਿਹਾ ਵੈਦ ਜੀ ਦਰਦ ਹੈ ਕਿਤੇ, ਕਹਿੰਦੇ ਦਵਾਈ ਦਈਏ, ਕਹਿਣ ਲੱਗੇ ਰਹਿਣ ਦਿਓ, ਬੜੀ ਮੁਸ਼ਕਿਲ ਨਾਲ ਤੇ ਪੈਦਾ ਹੋਈ ਹੈ ਦਰਦ, ਬੜੀ ਮੁਸ਼ਕਿਲ ਨਾਲ ਥਾਂ ਲੱਭਾ ਕਿਤੇ। ਕਬੀਰ ਸਾਹਿਬ ਵੀ ਇਹ ਬਚਨ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਪੀਰ ਦਾ ਅਰਥ ਹੈ ਪੀੜ, ਦਰਦ। ਕਬੀਰ ਜੀ ਕਹਿੰਦੇ ਜਿਹਨੂੰ ਲੱਗਦੀ ਹੈ ਉਹਨੂੰ ਹੀ ਪਤਾ ਲੱਗੇ, ਦਰਦ ਦੂਜੇ ਨੂੰ ਥੋੜ੍ਹੀ ਹੁੰਦੀ ਹੈ। ਇੱਕ ਕੋਲ ਭਰਾ ਨੂੰ ਦਰਦ ਹੋ ਰਹੀ ਹੈ, ਦੂਜਾ ਕਹਿੰਦਾ ਤੈਨੂੰ ਦੱਸ ਮੈਂ ਤੇਰੀ ਦਰਦ ਵੰਡਾਵਾਂ। ਉਹ ਕਹੇ ਵੰਡਾਏ ਕੀ, ਸਰੀਰ ਤੇ ਮੇਰਾ ਹੈ ਨਾ, ਮੈਨੂੰ ਹੋ ਰਹੀ ਹੈ, ਦੂਜੇ ਨੂੰ ਕੀ ਪਤਾ ਲੱਗੇ। ਏਕ ਭਾਏ ਸਭ ਦੇਖੋ ਸਭ ਨਾਰੀ, ਕਹਿ ਕਿਆ ਜਾਨੋ ਸੈ ਕੌਣ ਪਿਆਰੀ। ਇੱਥੇ ਦਰਦ ਦੀ ਗੱਲ ਕੀਤੀ ਹੈ। ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ। ਸਰੀਰ ਦੇ ਵਿੱਚ ਦਰਦ ਹੈ, ਕਤ ਨਹੀਂ ਠੌਰ। ਕਬੀਰ ਜੀ ਕਹਿੰਦੇ ਉਹ ਥਾਂ ਨਹੀਂ ਲੱਭਦੀ ਕਿੱਥੇ ਹੋ ਰਹੀ ਹੈ। ਜੇ ਥਾਂ ਲੱਭ ਗਈ, ਜੇ ਫਿਕਸ ਹੋ ਗਿਆ ਤੇ ਸਵਾਦ ਹੀ ਖਤਮ ਹੋ ਗਿਆ। ਉਹਦੇ ਪਿਆਰ ਦੀ ਦਰਦ, ਉਹਦੇ ਯਾਦ ਦੀ ਦਰਦ। ਕਤ ਨਹੀਂ ਠੌਰ, ਉਹਦਾ ਥਾਂ ਨਹੀਂ ਲੱਭਦਾ। ਮੂਲ ਕਤ ਲਾਵੋ, ਮੂਲ ਦੇ ਅਰਥ ਨੇ ਮਲਮ, ਮਲਮ ਕਿੱਥੇ ਲਾਵਾਂ। ਖੋਜਤ ਤਨ ਮੈਂ ਠੌਰ ਨਾ ਪਾਵੋ, ਨਹੀਂ ਲੱਭਦਾ ਉਹ ਥਾਂ। ਇਸ ਤਰ੍ਹਾਂ ਉਹ ਜਿਹੜੀ ਦਰਦ ਅੰਦਰ ਗੁਰਸਿੱਖ ਜਿਉਂ-ਜਿਉਂ ਜਪ ਕਰਦਾ ਹੈ, ਉਹਦੇ ਵਿੱਚ ਦਰਦ ਗੁਰੂ ਸਾਹਿਬ ਕਹਿੰਦੇ ਵੱਧਦੀ ਹੈ। ਫਿਰ ਉਹ ਦਰਦ ਉਹਦੇ ਧਿਆਨ ਨੂੰ ਆਪੇ ਟਿਕਾ ਦਿੰਦੀ ਹੈ। ਧਿਆਨ ਧਰੋ ਤਿਹ ਕੋ ਮਨ ਮੈਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਮਨ ਵਿੱਚ ਕਿੱਥੇ ਧਿਆਨ ਧਰੋ? ਜਿੱਥੇ ਉਹਦੇ ਯਾਦ ਦੀ ਦਰਦ ਹੁੰਦੀ ਹੈ। ਜੇ ਕੋ ਅਮਤੋਜ ਸਭੈ ਜਗ ਛਾਇਓ। ਇਸ ਤਰ੍ਹਾਂ ਤੇਰੇ ਹੁਕਮ ਪਵੈ ਨਿਸ਼ਾਨ, ਤੋਂ ਕਰੋ ਸਾਹਿਬ ਕੀ ਸੇਵਾ। ਸੇਵਾ ਬਾਅਦ ਵਿੱਚ ਸ਼ੁਰੂ ਹੁੰਦੀ ਹੈ। ਉਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਜੇ ਤੈਨੂੰ ਸੁਖ ਚਾਹੀਦਾ ਹੈ ਤੇ ਪਰਮਾਤਮਾ ਦੀ ਸ਼ਰਨ ਵਿੱਚ ਜਾ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਸ਼ਰਨ ਵਿੱਚ ਕਿਵੇਂ ਜਾਏਗਾ? ਸ਼ਰਨ ਵਿੱਚ ਤਾਂ ਜਾਏਗਾ ਜੇ ਪਹਿਲਾਂ ਉਹਨੂੰ ਜਪੇਗਾ, ਤੇ ਜਪਣ ਦਾ ਦਾਗ ਲੱਗੇਗਾ ਅੰਦਰ, ਦਾਗਿਆ ਜਾਏਗਾ ਉਹ ਮਨੁੱਖ, ਚੋਟ ਲੱਗੇਗੀ, ਫਿਰ ਉਸ ਥਾਂ 'ਤੇ ਉਹ ਸ਼ਰਨ ਵਿੱਚ ਜਾ ਸਕਦਾ। ਉਹ ਉਹਦੇ ਰਾਮ ਦੀ ਸ਼ਰਨ ਹੈ। ਸ਼ਰਨ ਇੱਕ ਵਿਧੀ ਹੈ ਗੁਰਮਤਿ ਦੀ, ਬਹੁਤ ਗਹਿਰੀ, ਇਹਦੇ ਵਰਗੀ ਹੋਰ ਕੋਈ ਨਹੀਂ। ਪਰ ਇਹਦੇ ਜਿਹੜੇ ਨਿਯਮ ਨੇ ਉਹ ਬੜੇ ਹੀ ਕੁਰਬਾਨੀ ਵਾਲੇ ਨੇ। ਆਮ ਬੰਦਾ ਸ਼ਰਨ ਵਿੱਚ ਨਹੀਂ ਜਾ ਸਕਦਾ। ਸ਼ਰਨ ਦੇ ਅਰਥ ਇਹ ਨੇ ਜੋ ਆਪਣੇ ਆਪ ਨੂੰ ਮਾਰ ਚੁੱਕਾ ਹੈ। ਜੇ ਉਹਦੇ ਵਿੱਚ ਲੇਸ ਮਾਤਰ ਵੀ ਚਿੰਤਾ ਰਹਿ ਗਈ ਨਾ, ਵੀ ਜਿਹਦੇ ਕੋਲ ਮੈਂ ਸ਼ਰਨ ਵਿੱਚ ਪਿਆ ਉਹ ਰੱਖੇ ਕਿ ਨਾ ਰੱਖੇ, ਸ਼ਰਨ ਦਾ ਨਿਯਮ ਭੰਗ ਹੋ ਜਾਂਦਾ ਹੈ। ਸ਼ਰਨ ਕਹਿਣਾ ਸੌਖਾ ਹੈ ਜੀ, ਸ਼ਰਨ ਆ ਗਿਆ ਗੁਰੂ ਦੀ, ਇਹ ਗੱਲ ਹੋਰ ਹੈ। ਸ਼ਰਨ ਆਉਣਾ ਮਰਜੀਵੜੇ ਦਾ ਨਿਯਮ ਹੈ, ਹੋਰ ਕੋਈ ਨਹੀਂ। ਮਰਜੀਵੜਾ ਹੀ ਸ਼ਰਨ ਵਿੱਚ ਆ ਸਕਦਾ ਹੈ, ਦੂਸਰਾ ਨਹੀਂ।
ਮਰਜੀਵੜੇ ਤੋਂ ਬਿਨਾਂ ਸ਼ਰਨ ਵਿੱਚ ਨਹੀਂ। ਮਰਜੀਵੜੇ ਦਾ ਮਤਲਬ ਜਿਹਦਾ ਮਰਨਾ ਤੇ ਜੀਵਣਾ ਇੱਕੋ ਹੀ ਹੋ ਗਿਆ, ਨਾ ਉਹਨੂੰ ਜੀਵਨ ਨਾਲ ਸਨੇਹ, ਨਾ ਮੌਤ ਤੋਂ ਡਰ ਹੈ। ਉਹ ਮਨੁੱਖ ਸ਼ਰਨ ਵਿੱਚ ਆ ਸਕਦਾ ਹੈ। ਤੇ ਜਦੋਂ ਕੋਈ ਇਸ ਤਰ੍ਹਾਂ ਸ਼ਰਨ ਵਿੱਚ ਆਉਂਦਾ ਹੈ, ਉਸ ਵੇਲੇ ਫਿਰ ਉਹ ਪਰਮਾਤਮਾ ਉਹਦੀ ਰਕਸ਼ਾ ਕਰਦਾ, ਰਾਖੀ ਕਰਦਾ, ਫਿਰ ਉਹਨੂੰ ਸਾਰੇ ਸੁੱਖ ਪ੍ਰਦਾਨ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ। ਸਦਾ ਸੁਖ, ਸੁੱਖਾਂ ਦੀ ਉਮਰ ਹੁੰਦੀ, ਕੋਈ ਇੱਕ ਦਿਨ ਦਾ, ਕੋਈ 2 ਦਿਨ ਦਾ। ਆਪਣੇ ਸਮੇਂ ਨਾਲ ਸਾਰੇ ਮਰਦੇ ਨੇ, ਪਰ ਜੇ ਸਦੀਵ ਸੁਖ ਚਾਹੀਦਾ, ਕਹਿੰਦੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ। ਸ਼ਰਨ ਰਾਮ ਕੀ ਲੈ, ਕਿਉਂ? ਕਹਿੰਦੇ ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਮਨ ਤੂੰ ਧਿਆਨ ਨਾਲ ਸੁਣ, ਇਹ ਮਨੁੱਖਾ ਦੇ ਬੜੀ ਦੁਰਲਭ ਹੈ। ਦੁਰਲਭ ਦਾ ਮਤਲਬ ਹੁੰਦਾ ਹੈ ਜੋ ਇੰਨੀ ਜਲਦੀ ਨਾ ਲੱਭੇ, ਬੜੀ ਮਹਿੰਗੀ, ਬਹੁਤ ਹੀ ਕੀਮਤੀ। ਇਸ ਦੇਹ ਦੇ ਨਾਲ ਦਾ ਕੀਮਤੀ ਹੋਰ ਕੁਝ ਵੀ ਨਹੀਂ। ਪਰ ਜੇ ਇਹ ਅਹਿਸਾਸ ਨਾ ਹੋਇਆ, ਫਿਰ ਇਹ ਮਸ਼ੀਨ ਹੀ ਹੈ। ਜਿਵੇਂ ਦੇ ਪਸ਼ੂ ਨੇ ਉਵੇਂ ਦੇ ਅਸੀਂ ਹਾਂ। ਇਸ ਦੇਹ ਦਾ ਵਿਗਿਆਨ ਜਿਹਨੂੰ ਪੂਰੀ ਤਰ੍ਹਾਂ ਨਾ ਸਮਝ ਆਇਆ, ਉਹ ਇਸ ਧਰਤੀ ਦੇ ਮਨੁੱਖ ਹੁੰਦਿਆਂ ਵੀ ਮਨੁੱਖ ਨਹੀਂ ਹੈ। ਅਸੀਂ 23 ਘੰਟੇ ਸੰਸਾਰ ਦਾ ਕੰਮ ਕਰਨੇ ਆ, ਉਹਦੇ ਵਿੱਚ ਵੀ ਸਾਡੀ ਪੂਰਤੀ ਨਹੀਂ ਹੁੰਦੀ। ਪਰ ਇਹ ਕਾਰਜ ਇਸ ਦੇਹ ਦਾ ਨਹੀਂ ਹੈ ਖਿਆਲ ਰੱਖਣਾ। ਅਵਰ ਕਾਜ ਤੇਰਾ ਕਿਤੇ ਨਾ ਕੰਮ। ਇਸ ਦੇਹ ਦਾ ਕਾਰਜ ਸੰਸਾਰ ਨਹੀਂ ਹੈ ਖਿਆਲ ਰੱਖਣਾ। ਵੈਸੇ ਜੇ ਡੂੰਘੇ ਵਿੱਚ ਜਾਈਏ, ਪੁਰਾਣਾ ਮਨੁੱਖ ਧਰਮੀ ਸੀ, ਠੀਕ ਸੀ, ਨਾ ਕੋਈ ਘਰ ਰੁੱਖਾਂ ਥੱਲੇ ਰਹਿੰਦਾ ਸੀ, ਪੱਤੇ ਖਾ ਲੈਂਦਾ ਸੀ, ਫਲ ਖਾ ਲੈਂਦਾ ਸੀ। ਆਹ ਜਿੰਨਾ ਕੁਝ ਬਣਿਆ ਸਾਰਾ ਰੋਗ ਹੀ ਹੈ। ਉਦੋਂ ਧਰਮੀ ਸੀ। ਇਹਦੇ ਵਿੱਚ ਫਸ ਚੁੱਕਾ ਬੁਰੀ ਤਰ੍ਹਾਂ। ਹੁਣ ਤਾਂ ਜੇ ਉਹਨੂੰ ਕਿਤੇ ਭੁੱਲ ਚੁੱਕ ਨਾਲ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹਨੀਆਂ ਪੈਣ, ਉਹ ਵੀ ਕਾਹਲੀ ਪੜ੍ਹਦਾ ਹੈ, ਕਿਉਂਕਿ ਉਹ ਸੋਚਦਾ ਇਹ ਕੋਈ ਕੰਮ ਨਹੀਂ ਆਉਣੀ ਆ। ਤਾਂ ਹੀ ਹੁੰਦਾ ਨਾ, ਜਿਹੜੀ ਚੀਜ਼ ਦੇ ਵਿੱਚ ਉਹਨੂੰ ਕੰਮ ਦਿਸੇ ਆਏਗੀ, ਉਹਦੇ ਵਾਸਤੇ ਤੇ ਰੁਝਾਨ ਪੈਦਾ ਕਰੇਗਾ, ਸਮਾਂ ਕੱਢੇਗਾ, ਵਕਤ ਲਾਏਗਾ। ਗੁਰੂ ਗ੍ਰੰਥ ਸਾਹਿਬ ਕੁਝ ਹੋਰ ਕਹਿ ਰਹੇ ਨੇ, ਸਾਡਾ ਜੀਵਨ ਕੁਝ ਹੋਰ ਤਰ੍ਹਾਂ ਦਾ ਹੈ। ਉਹ ਕਹਿੰਦੇ ਵੀ ਇਹ ਜਿਹੜੇ ਕੰਮ ਤੂੰ ਕਰ ਰਿਹਾ, ਨਿਰੰਤਰ ਸਮਾਂ ਲਾਈ ਜਾ ਰਿਹਾ, 8 ਪੈਰੀ, ਇਹਦੇ ਵਿੱਚ ਤੇਰੇ ਹੱਥਾਂ ਦੇ ਵਿੱਚ ਇੱਕ ਤੀਲਾ ਵੀ ਰਹਿਣ ਵਾਲਾ ਹੈ ਨਹੀਂ। ਜੋ ਤੇਰਾ ਹੈ ਉਹ ਤੂੰ ਕਰ ਨਹੀਂ ਰਿਹਾ, ਜਿਹਦੇ ਵਾਸਤੇ ਤੂੰ ਇੱਥੇ ਆਇਆ। ਤਾਂ ਉਹ ਦੁਰਲੱਭ ਦੇਹ ਦਾ ਗਿਆਨ ਸਤਿਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਇਹ ਦੇਹ ਤੇ ਇਹਦੀ ਉਮਰ ਤੇ ਸਵਾਸ ਬੜੇ ਕੀਮਤੀ ਨੇ। ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਵੇਰ ਦੀ ਹੀ ਕਥਾ ਚੱਲੇਗੀ, ਸ਼ਾਮ ਨੂੰ ਗੁਰੂ ਇਤਿਹਾਸ ਦੀ ਕਥਾ। ਜਿਵੇਂ ਜਿਵੇਂ ਪ੍ਰੋਗਰਾਮ ਹੁੰਦੇ ਨੇ ਫਿਰ ਤਬਦੀਲੀ ਕਰਨੀ ਪੈਂਦੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ।